ਅੰਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ ਸ਼੍ਰੀ ਗੁਰ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਗੁਰ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮੋ ਕਾਰ ਜੋਰੀ ਨਾਮੋ ਕਾਰ ਜੋਰੀ ਸ਼੍ਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਸ਼੍ਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਾਰ ਤਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ
ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਜੁਤ ਆਨੰਦ ਭਰਾਤ ਸੰਸ ਰਾਮ ਜੋਏ। ਬਚ ਮ੍ਰਿਦੁਲ ਸੁਨਤ ਰਥ ਚੜ੍ਹਤ ਸੋਏ। ਪੁਨ ਕ੍ਰਿਸ਼ਨ ਚੰਦ ਨੰਦਨ ਸਮੇਤ। ਹੋਏ ਕਰ ਅਰੂਢ ਬੜ ਸ਼ੋਭ ਦੇਤ। ਜੁਤ ਆਨੰਦ ਭਰਾਤ ਸੰਸ ਰਾਮ ਜੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰਖਿਅਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰਿਆਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀ ਆਪ ਜੀ ਵਡਭਾਗੇ ਹੋ। ਗੁਰੂ ਬਖਸ਼ ਉਦਮ ਉਪਰਾਲੇ ਦੁਆਰਾ ਸਾਹਿਬਾਂ ਦੇ ਮਹਾਨ ਸਥਾਨ 'ਤੇ ਨਤਮਸਤਕ ਹੁੰਦਿਆਂ ਸਤਿਗੁਰੂ ਜੀ ਦੇ ਸਥਾਨ ਸਾਹਿਬਾਂ ਦੇ ਦਰਸ਼ਨ ਪਰਸਨ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਦਾ ਸਵਾਸਾਂ ਦਾ ਲਾਹਾ ਲਿਆ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਸਥਾਨ 'ਤੇ ਲੜੀਵਾਰ ਗੁਰੂ ਕੇ ਇਤਿਹਾਸ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਧੰਨ 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 ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸਾਹਿਬਜ਼ਾਦਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ ਨੀਯਤ ਕੀਤਾ ਹੋਇਆ ਦਿਨ ਜਦੋਂ ਆਇਆ ਦੂਰ ਨੇੜੇ ਦੀਆਂ ਸਿੱਖ ਸੰਗਤਾਂ ਪ੍ਰੇਮੀ ਜਨ ਰਿਸ਼ਤੇਦਾਰ ਸੱਜਣ ਸਾਰੇ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੇ। ਬੇਅੰਤ ਸਿੱਖ ਸੰਗਤਾਂ ਦਾ ਇਕੱਠ ਹੋਇਆ। ਸਿੱਖ ਸੰਗਤਾਂ ਦੇ ਮਨਾਂ ਅੰਦਰ ਬੜਾ ਭਾਰੀ ਚਾਅ ਉਤਸ਼ਾਹ ਹੈ ਕਿ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਾ ਜੀ ਦਾ ਵਿਆਹ ਪੁਰਬ ਆਨੰਦ ਕਾਰਜ ਵੇਖਾਂਗੇ। ਸਤਿਗੁਰੂ ਅੰਗਦ ਦੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ ਦੇ ਪ੍ਰੇਮੀ ਜਨ ਆ ਕਰਕੇ ਪਹੁੰਚੇ ਹਨ। ਸੋ ਇਸ ਤਰ੍ਹਾਂ ਦਿਨ ਦਾ ਨਿਯਤ ਕੀਤਾ ਹੋਇਆ ਜੋ ਵਿਆਹ ਦਾ ਦਿਨ ਸੀ ਸਮਾਂ ਉਹ ਨਿਯਤ ਕੀਤਾ ਸਮਾਂ ਆ ਪਹੁੰਚਾ। ਵੱਡੀ ਤੜਕੇ ਤੋਂ ਤਿਆਰੀਆਂ ਪ੍ਰਾਰੰਭ ਹੋ ਗਈਆਂ। ਘੋੜੇ ਸ਼ਿੰਗਾਰੇ ਗਏ, ਰੱਥ ਸਜਾਏ ਗਏ, ਊਠ ਵੀ ਤਿਆਰ ਕੀਤੇ ਹਨ ਜਿਨ੍ਹਾਂ ਦੇ ਉੱਪਰ ਨਗਾਰੇ ਰੱਖੇ ਹਨ। ਸੋ ਇਸ ਤਰ੍ਹਾਂ ਬੈਲ ਗੱਡੀਆਂ ਦਾ ਵੀ ਬਰਾਤ ਦੇ ਜਾਣ ਦਾ ਪ੍ਰਬੰਧ ਕੀਤਾ ਗਿਆ। ਸੋਹਣੇ ਸੋਹਣੇ ਬਸਤਰ ਲੀੜੇ ਕੱਪੜੇ ਗਹਿਣੇ ਪਾ ਕੇ ਬਰਾਤੀ ਸੱਜਣ ਤਿਆਰ ਹੋਏ ਹਨ। ਸਾਡੇ ਮਾਤਾ ਮਾਂ ਗੰਗਾ ਜੀ ਆਪਣੇ ਸੁਪੁੱਤਰ ਸਤਿਗੁਰੂ ਜੀ ਨੂੰ ਨਾਲ ਲੈ ਕੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ। ਦਰਸ਼ਨੀ ਡਿਉੜੀ ਤੋਂ ਨਮਸਕਾਰ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪਹੁੰਚੇ। ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ 4 ਪਰਿਕਰਮਾ ਕੀਤੀਆਂ। ਨਮਸਕਾਰ ਕਰਦਿਆਂ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਕਿਰਪਾ ਕਰਿਓ, ਵਿਆਹ ਦੇ ਕਾਰਜ ਨਿਰਵਿਘਨ ਸੰਪੂਰਨ ਸੰਪੰਨ ਹੋਣ। ਆਪਣੇ ਦਾਸ ਦੀ ਆਪ ਲਾਜ ਰੱਖਣੀ, ਚੜ੍ਹਦੀ ਕਲਾ ਬਖਸ਼ਣੀ। ਸੋ ਇਸ ਤਰ੍ਹਾਂ ਮਾਤਾ ਗੰਗਾ ਜੀ ਸਾਹਿਬਜ਼ਾਦਾ ਜੀ ਨੂੰ ਨਮਸਕਾਰ ਕਰਵਾ ਕੇ ਉੱਥੇ ਲੈ ਕੇ ਪਹੁੰਚੇ ਜਿੱਥੇ ਸਾਰੇ ਬਰਾਤੀ ਸੱਜਣ ਤਿਆਰ ਸਨ। ਆਪਣੀਆਂ ਆਪਣੀਆਂ ਸਵਾਰੀਆਂ 'ਤੇ ਸਾਰੇ ਸਵਾਰ ਹੋਏ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ, ਭਾਈ ਗੁਰਦਾਸ ਜੀ, ਭਾਈ ਬਾਬਾ ਮਹਾਦੇਵ, ਹੋਰ ਬੇਅੰਤ ਗੁਰੂ ਕੇ ਮੁਖੀ ਸਿੱਖਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਕਾਰ ਕੀਤੀ, ਮੱਥਾ ਟੇਕਿਆ। ਪਿਤਾ ਸਤਿਗੁਰੂ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕੀਤੀ, ਸਿਰ ਝੁਕਾਇਆ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਸਨਮਾਨ ਸਤਿਕਾਰ ਨਾਲ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦੇ ਪੁੱਤਰ ਦਾਤੂ ਸਹਿਬ ਗੁਰੂ ਅਮਰਦਾਸ ਪਾਤਸ਼ਾਹ ਦੇ ਸਪੁੱਤਰ ਬਾਬਾ ਮੋਹਰੀ ਜੀ ਨੂੰ ਕੋਲ ਬੁਲਾਇਆ ਹੈ ਕਿ ਤੁਸੀਂ ਅਸਵਾਰੀਆਂ 'ਤੇ ਸਵਾਰ ਹੋਵੋ। ਉਹਨਾਂ ਦੇ ਵਾਸਤੇ ਰੱਥ ਦਾ ਪ੍ਰਬੰਧ ਕੀਤਾ ਗਿਆ। ਸੋ ਜਿਵੇਂ ਅੱਗੇ ਭਾਈ ਸਾਹਿਬ ਜੀ ਇਹ ਗੁਰੂ ਕਾ ਇਤਿਹਾਸ ਸੁਣਾ ਰਹੇ ਹਨ, ਸ਼ਰਧਾ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਜੋਤ ਆਨੰਦ ਭਰਾਤ ਸੰਸ ਰਾਮ ਜੋਏ, ਬਾਚ ਮ੍ਰਿਦੁਲ ਸੁਨਤ ਰਥ ਚੜ੍ਹਤ ਸੋਏ। ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਬਾਬਾ ਆਨੰਦ ਜੀ, ਦੂਸਰੇ ਪੋਤਰੇ ਬਾਬਾ ਸੰਸ ਰਾਮ ਜੀ, ਦੋਵੇਂ ਚਾਚੇ ਤਾਏ ਦੇ ਪੁੱਤਰ ਭਰਾ ਲੱਗਦੇ ਹਨ। ਸੋ ਇਹ ਦੋਵੇਂ ਹੀ ਜਾਣੇ ਚੜ੍ਹ ਕਰਕੇ ਬਾਬਾ ਆਨੰਦ ਜੀ ਬਾਬਾ ਮੋਹਰੀ ਦੇ ਪੁੱਤਰ ਹਨ। ਬਾਬਾ ਸੰਸ ਰਾਮ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਦੇ ਸੁਪੁੱਤਰ ਹਨ। ਸਤਿਗੁਰੂ ਪਾਤਸ਼ਾਹ ਦਾ ਮ੍ਰਿਦਲ ਤੇ ਕੋਮਲ ਬਚਨ ਸੁਣ ਕਰਕੇ ਰਥ ਚੜ੍ਹਤ ਸੋਏ, ਉਹ ਵੀ ਰਥ ਤੇ ਸਵਾਰ ਹੋਏ ਹਨ। ਪੁਨ ਕ੍ਰਿਸ਼ਨ ਚੰਦ ਨੰਦਨ ਸਮੇਤ, ਹੋਏ ਕਰ ਅਰੂੜ ਵੱਡ ਸ਼ੋਭ ਦੇਤ। ਫਿਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸਹੁਰਾ, ਸਾਡੇ ਮਾਤਾ ਗੰਗਾ ਜੀ ਦਾ ਪਿਤਾ ਜੀ, ਗੁਰੂ ਹਰਗੋਬਿੰਦ ਪਾਤਸ਼ਾਹ ਦਾ ਨਾਨਾ ਜੀ, ਭਾਈ ਕ੍ਰਿਸ਼ਨ ਚੰਦ ਜੀ, ਆਪਣੇ ਨੰਦਨ ਸਪੁੱਤਰ ਸਮੇਤ ਉਹ ਵੀ ਹੋਏ ਕਰ ਅਰੂੜ ਬੜ ਸ਼ੋਭ ਦੇਤ, ਸਵਾਰੀ ਰਥ ਤੇ ਸਵਾਰ ਹੋਏ ਬੜੀ ਭਾਰੀ ਸ਼ੋਭਾ ਦੇ ਰਹੇ ਹਨ। ਜੇਠਾ ਪਿਰਾਣ ਅਰ ਵਿਦਿਆ ਚੰਦ, ਚੜ੍ਹ ਕਰ ਸੁਲੰਗ ਪੈੜਾ ਬਿਲੰਦ। ਭਾਈ ਜੇਠਾ, ਭਾਈ ਪਿਰਾਣਾ ਜੀ, ਭਾਈ ਵਿਧੀ ਚੰਦ ਜੀ, ਇਹ ਤਿੰਨੇ ਬੜੇ ਵੱਡੇ ਸੂਰਮੇ ਸਨ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਸਮੇਂ ਇਹ ਗੁਰਸਿੱਖ ਨਾਲ ਸਨ। ਇਸੇ ਤਰ੍ਹਾਂ ਭਾਈ ਪੈੜਾ ਤੇ ਭਾਈ ਲੰਗਾ, ਇਹ 5 ਸਿੱਖ ਹਮੇਸ਼ਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨਾਲ ਰਹਿੰਦੇ ਸਨ। ਭਾਈ ਲੰਗਾ ਉਹ ਗੁਰਸਿੱਖ ਹੈ ਜਿਹਦੇ ਘਰ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਨਗਰ ਝਬਾਲ ਵਿਖੇ ਆਪਣੀ ਬੇਟੀ, ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦੀ ਸ਼ਾਦੀ ਕੀਤੀ ਸੀ। ਮਾਲਵੇ ਦੇ ਨਗਰ ਪਿੰਡ ਮੱਲੇ ਤੋਂ ਬਰਾਤ ਚੱਲ ਕਰਕੇ ਆ ਰਹੀ ਸੀ ਅੰਮ੍ਰਿਤਸਰ ਸਾਹਿਬ ਨੂੰ। ਜਦੋਂ ਸਾਹਿਬਾਂ ਨੇ ਅੱਗੋਂ ਹੀ ਹਰੀਕੇ ਪੱਤਨ ਤੋਂ ਸੇਵਾਦਾਰ ਘੱਲ ਕੇ ਬਚਨ ਕਰ ਫਰਮਾਏ ਕਿ ਬਰਾਤ ਅੰਮ੍ਰਿਤਸਰ ਸਾਹਿਬ ਨਾ ਪਹੁੰਚੇ, ਸਗੋਂ ਝਬਾਲ ਨਗਰ ਭਾਈ ਲੰਗਾ ਦੇ ਘਰ 'ਚ ਪਹੁੰਚੇ। ਇਹ ਪੱਟੀ ਪਰਗਣੇ ਦਾ ਚੌਧਰੀ ਸੀ ਭਾਈ ਲੰਗਾ। ਚੜ੍ਹ ਕਰ ਸੋ ਲੰਘ ਪੈੜਾ ਬਿਲੰਦ, ਭਾਈ ਲੰਘ ਭਾਈ ਲੰਗਾ ਜੀ, ਭਾਈ ਪੈੜਾ ਜੀ। ਇਹ ਵੀ ਗੁਰੂ ਕਾ ਸਿੱਖ ਸਵਾਰੀਆਂ ਤੇ ਚੜ੍ਹ ਕਰਕੇ ਤਿਆਰ ਹੋਏ। ਗਨ ਭੱਲੇ ਤੇ ਹਣ ਸਹਿਤ ਦਾਸ, ਗੁਰ ਸਿੱਖ ਚੱਲੇ ਧਰ ਕੈ ਹੁਲਾਸ। ਗਣ ਭੱਲੇ ਬਹੁਤ ਸਾਰੇ ਭੱਲਿਆਂ ਦੀ ਵੰਸ਼ ਦੇ
ਤੇਹਨ ਗੋਤ ਹੈ ਗੁਰੂ ਅਮਰ ਅੰਗਦ ਦੇ ਪਾਤਸ਼ਾਹ ਦੀ, ਭੱਲੇ ਗੋਤ ਹੈ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੀ, ਭੱਲਿਆਂ ਦੀ ਤੇ ਤੇਨ ਗੋਤ ਦੇ ਸਹਿਤ ਦਾਸ, ਦਾਸਾਂ ਸੇਵਕਾਂ ਦੇ ਸਮੇਤ ਬੇਅੰਤ ਗੁਰੂ ਕੇ ਸਿੱਖ ਬੜਾ ਹੁਲਾਸ ਖੁਸ਼ੀ ਪ੍ਰਸੰਨਤਾ ਧਾਰਨ ਕਰਕੇ ਬਰਾਤ ਤੇ ਚੜ ਕੇ ਚੱਲੇ। ਸਗਰੇ ਮਸੰਦ ਲਹਿ ਲਹਿ ਆਨੰਦ, ਸਭ ਚੜੇ ਜਾਨ ਪਿਖ ਪਿਖ ਸੁਸ਼ੰਦ। ਸਾਰੇ ਮਸੰਦ ਵੇਖ ਕੇ ਇਹੋ ਜਿਹਾ ਖੁਸ਼ੀ ਦਾ ਸੁਭਾਗਾ ਸਮਾਂ, ਲਹਿ ਲਹਿ ਆਨੰਦ ਬੜਾ ਆਨੰਦ ਲੈ ਲੈ ਰਹੇ ਹਨ, ਆਨੰਦ ਪ੍ਰਾਪਤ ਕਰਦੇ ਨੇ। ਉਹ ਵੀ ਘੋੜਿਆਂ ਤੇ ਸਵਾਰ ਹੋ ਕਰਕੇ ਚੱਲੇ ਹਨ ਨਾਲ ਬਰਾਤ ਦੇ ਪਿੱਖ ਪਿੱਖ ਸੁਸ਼ੰਦ। ਇਹੋ ਜਿਹੀ ਸੁਤੰਤਰਤਾ ਵੇਖ ਕਰਕੇ ਖੁਸ਼ੀਆਂ ਵੇਖ ਕਰਕੇ ਸਾਰਿਆਂ ਦੇ ਮਨ ਚਾਵਾਂ ਉਤਸ਼ਾਹਾਂ ਨਾਲ ਭਰੇ ਹਨ। ਸਾਲੋ ਅਰੂਢ ਹੋਇ ਕਰ ਸੁਚਾਲ, ਅਰ ਉਮਰ ਸ਼ਾਹ ਕਲਿਆਣ ਲਾਲ। ਸੋ ਭਾਈ ਸਾਹਿਬ ਕਹਿੰਦੇ ਸਭ ਚੜ੍ਹੇ ਜਾਣ ਪਿੱਖ ਪਿੱਖ ਸੁਸ਼ੰਦ, ਇਕੱਲੇ ਇਕੱਲੇ ਘੋੜੇ ਤੇ ਜਾਣ, ਨਾਮ ਘੋੜੇ ਦਾ ਵੀ ਹੈ। ਘੋੜੇ ਤੇ ਵੱਖਰੇ ਵੱਖਰੇ ਘੋੜੇ ਤੇ ਸਾਰੇ ਮਸੰਦ ਸਵਾਰ ਹੋਏ ਨੇ। ਭਾਈ ਸਾਲੋ ਬ੍ਰਹਮ ਗਿਆਨੀ ਗੁਰੂ ਕਾ ਸਿੱਖ, ਜਿਨ੍ਹਾਂ ਦਾ ਟੋਭਾ ਅੱਜ ਵੀ ਗੁਰਦੁਆਰਾ ਗੁਰੂ ਕੇ ਮਹਿਲਾਂ ਦੇ ਲਾਗੇ ਹੈ, ਉਹ ਭਾਈ ਸਾਲੋ ਬ੍ਰਹਮ ਗਿਆਨੀ ਗੁਰਸਿੱਖ ਉਹ ਵੀ ਅਸਵਾਰ ਹੋ ਕਰਕੇ ਨਾਲ ਚੱਲੇ ਹਨ। ਭਾਈ ਉਮਰ ਸ਼ਾਹ ਇਹ ਮਸੰਦ ਸੀ, ਡਰੌਲੀ ਨਗਰ ਦਾ ਭਾਈ ਨੰਦ ਚੰਦ ਦਾ ਦਾਦਾ ਸੀ। ਉਹ ਭਾਈ ਨੰਦ ਚੰਦ ਜਿਹੜਾ ਗੁਰੂ ਸਾਹਿਬ ਦਾ ਪਾਵਨ ਸਰੂਪ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਇਸ ਧਰਤੀ ਤੋਂ ਨੱਸ ਗਿਆ ਸੀ ਔਰ ਕਰਤਾਰਪੁਰ ਸਾਹਿਬ ਨਗਰ ਵਿੱਚ ਜਾ ਕੇ ਮਾਰਿਆ ਗਿਆ ਸੀ। ਤੇ ਕਲਗੀਧਰ ਪਾਤਸ਼ਾਹ ਦਾ ਦੀਵਾਨ ਸੀ ਭਾਈ ਨੰਦ ਚੰਦ, ਬੜਾ ਸਿਆਣਾ ਤੇ ਬਹਾਦਰ ਸੂਰਮਾ ਸਿੱਖ ਸੀ, ਪਰ ਗੁਰੂ ਤੋਂ ਬੇਮੁਖ ਹੋ ਕੇ ਅਨਿਆਈ ਮੌਤੇ ਮਾਰਿਆ ਗਿਆ। ਉਸ ਭਾਈ ਨੰਦ ਚੰਦ ਦੀਵਾਨ ਦਾ ਦਾਦਾ ਭਾਈ ਉਮਰ ਸ਼ਾਹ ਜੀ, ਡਰੌਲੀ ਭਾਈ ਨਗਰ ਦਾ ਰਹਿਣ ਵਾਲਾ ਭਾਈ ਕਲਿਆਣ ਲਾਲ ਜੀ, ਇਹ ਸਾਰੇ ਮੁਖੀ ਸਿੱਖ ਜਿੰਨੇ ਸਾਨੇ ਸਾਰੇ ਨਾਲ ਜੰਜ ਦੇ ਚੱਲੇ ਹਨ। ਮੋਰਨ ਮਨਿੰਦ ਘੋਰਨ ਚਲਾਏ, ਜੁਤ ਬਸਨ ਬਿਭੂਖਨ ਦੁੱਤ ਬਢਾਈ। ਮੋਰਨ ਮਨਿੰਦ, ਮਨਿੰਦ ਹੁੰਦਾ ਵਾਂਗ ਤਰ੍ਹਾਂ ਸਦਰਸ਼, ਮੋਰਾਂ ਦੇ ਤਰ੍ਹਾਂ ਆਪਣੇ ਘੋੜਿਆਂ ਨੂੰ ਚਲਾ ਰਿਹਾ। ਜਿਵੇਂ ਮੋਰ ਪਹਿਲਾਂ ਪਾਉਂਦੇ ਇਸੇ ਤਰ੍ਹਾਂ ਘੋੜੇ ਦੀ ਵੀ ਚਾਲ ਹੁੰਦੀ ਜਿਹਨੂੰ ਪੋਈਏ ਪੈਣਾ ਕਹਿੰਦੇ ਨੇ। ਘੋੜਿਆਂ ਨੂੰ ਇਸ ਤਰ੍ਹਾਂ ਨਚਾਉਂਦੇ ਜਿਵੇਂ ਮੋਰ ਪੈਲ ਪਾ ਕੇ ਨੱਚਦਾ ਹੈ। ਸੋਹਣੇ ਗਹਿਣੇ ਬਸਤਰਾਂ ਦੇ ਸਮੇਤ ਬੜੀ ਭਾਰੀ ਦੁੱਤ ਵਢਾਏ ਸ਼ੋਭਾ ਵਧਾ ਰਹੇ ਹਨ। ਔਰ ਨਾਮ ਗਿਨੀਐ ਕਿਤੇਕ, ਚਾਲੇ ਬਰਾਤ ਸਾਊ ਅਨੇਕ। ਹੋਰ ਕਿਹੜੇ ਕਿਹੜੇ ਨਾਮ ਭਾਈ ਸਾਹਿਬ ਕਹਿੰਦੇ ਗਿਣ ਕੇ ਦਸੀਏ। ਇਸ ਬਰਾਤ 'ਚ ਬੜੇ ਸਾਊ ਲੋਕ ਹਨ। ਸਾਊ ਦਾ ਅਰਥ ਹੁੰਦਾ ਭਲੇ ਪੁਰਸ਼, ਬੜੇ ਨੇਕ ਪੁਰਸ਼ ਬਰਾਤੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ। ਭਾਈ ਸਾਹਿਬ ਕਹਿੰਦੇ ਕਿੰਨਾ ਕਿੰਨਾ ਦੇ ਨਾਮ ਗਿਣ ਕੇ ਹੋਰ ਦਸੀਏ, ਵਰਣਨ ਕਰੀਏ। ਬਰਾਤ ਵਿੱਚ ਜਿਹੜੇ ਨਾਲ ਚੜ ਕੇ ਚੱਲੇ ਬੜੇ ਸਾਊ ਨੇਕ ਤੇ ਭਲੇ ਪੁਰਸ਼ ਹਨ, ਜਿਨ੍ਹਾਂ ਦੀ ਗਿਣਤੀ ਅਨੇਕਾਂ ਹੀ ਹੈ। ਸ੍ਰੀ ਅਰਜਨ ਸਿਵਕਾ ਪਰ ਅਰੂਢ, ਜਿਹ ਜਰੀ ਲਾਗ ਦੁੱਤ ਹੈ ਅਗੂੜ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸੋਹਣੀ ਪਾਲਕੀ ਦੇ ਵਿੱਚ ਸਵਾਰ ਹੋਏ, ਜਿਸ ਦੇ ਆਸੇ ਪਾਸੇ ਜਰੀ ਲੱਗੀ, ਜਿਸ ਦੀ ਭਾਰੀ ਵੱਡੀ ਸ਼ੋਭਾ ਹੈ। ਵਿੱਚ ਮੁਕਰ ਜਰੇ ਮਲਹੀਨ ਚਾਰ, ਲਟਕੰਤ ਜਰੀ ਗੁੰਫਨ ਸੋਲਾਰ। ਉਸ ਪਾਲਕੀ ਦੇ ਵਿੱਚ ਭਾਈ ਸਾਹਿਬ ਕਹਿੰਦੇ ਮੁਕਰ ਜਰੇ, ਸ਼ੀਸ਼ੇ ਜੜੇ ਹੋਏ ਸ਼ੀਸ਼ੇ ਲੱਗੇ ਨੇ, ਮਲਹੀਨ ਬੜੇ ਸਾਫ਼ ਸ਼ੀਸ਼ੇ ਲੱਗੇ, ਆਰਸੀਆਂ ਲੱਗੀਆਂ ਨੇ। ਤੇ ਪਾਲਕੀ ਦੇ ਵਾਰ-ਵਾਰ ਜਰੀ ਦੇ ਗੁੱਫੇ ਹੁੰਦੇ ਫੁੱਲ, ਜਰੀਦਾਰ ਗੁੱਛਿਆਂ ਦੀਆਂ ਪੰਕਤੀਆਂ ਲੜੀਆਂ ਲਟਕਦੀਆਂ ਹਨ। ਸ਼੍ਰੀ ਹਰਗੋਬਿੰਦ ਪਟ ਪੀਤ ਸ਼ੋਭ, ਚੜ ਹੈ ਕੁਦਾਏ ਕਬ ਚਿੱਤ ਲੋਭ। ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਪੀਲੇ ਰੰਗ ਦੇ ਬਸਤਰ ਆਪਣੇ ਤਨ ਦੇ ਉੱਪਰ ਧਾਰਨ ਕੀਤੇ ਸ਼ੋਭਾ ਪਾ ਰਹੇ ਨੇ। ਚੜ ਹੈ ਨਾਮ ਹੈ ਘੋੜੇ ਦਾ। ਘੋੜੇ ਤੇ ਸਾਹਿਬ ਚੜ੍ਹੇ ਤੇ 9 ਸਾਲ ਦੀ ਅਜੇ ਉਮਰ ਹੈ, ਪਰ ਘੋੜ ਸਵਾਰੀ 'ਚ ਬੜੇ ਮਾਹਿਰ ਹੋ ਚੁੱਕੇ ਨੇ। ਘੋੜੇ ਨੂੰ ਕਦਾਉਂਦੇ ਛਾਲਾ ਮਰਵਾਉਂਦੇ ਨੇ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਇਹੋ ਜਿਹੀ ਮਹਾਨ ਸ਼ੋਭਾ ਵੇਖ ਕੇ
ਕਵੀਆਂ ਦੇ ਮਨ ਮੋਹੇ ਜਾਂਦੇ ਹਨ, ਵੇਖਣ ਵਾਲਿਆਂ ਦੇ ਚਿੱਤ ਲੁਭਾਏਮਾਨ ਹੋ ਜਾਂਦੇ ਨੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਇਹੋ ਜਿਹੀ ਮਹਾਨ ਪ੍ਰਭੁਤਾ, ਵਡਿਆਈ, ਸੁੰਦਰਤਾ ਤੱਕ ਕੇ ਵੇਖਣ ਵਾਲਿਆਂ ਦੇ ਮਨ ਖਿੱਚੇ ਜਾਂਦੇ ਹਨ। ਜਨ ਸੰਜ ਸਮੈ ਘਨ ਅਲਪ ਹੋਏ, ਬਰ ਬਰੈ ਨਚਾਵਤ ਚਲਤ ਸੋਏ। ਜਿਵੇਂ ਸਾਂਝ ਸ਼ਾਮਾਂ ਦੇ ਸਮੇਂ ਮੱਠੀ ਮੱਠੀ ਥੋੜੀ ਥੋੜੀ ਬਰਸਾਤ ਪੈ ਰਹੀ ਹੋਵੇ, ਬੱਦਲ ਥੋੜਾ ਥੋੜਾ ਹੋਵੇ ਤੇ ਥੋੜਾ ਥੋੜਾ ਮੀਂਹ ਪੈ ਰਿਹਾ ਹੋਵੇ, ਸੂਰਜ ਛਿਪ ਰਿਹਾ ਹੋਵੇ, ਤੇ ਉਸ ਸਮੇਂ ਜਿਵੇਂ ਮੋਰ ਪਹਿਲਾਂ ਪਾਉਂਦੇ ਨਾ, ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਘੋੜੇ ਨੂੰ ਸਮਝੋ ਪਹਿਲਾਂ ਹੀ ਪਾ ਰਹੇ ਹਨ, ਨਚਾ ਰਹੇ ਹਨ। ਇੱਕ ਦਿਸ਼ਾ ਬਜਤ ਬਾਜੇ ਉਦਾਰ, ਇੱਕ ਦਿਸ਼ਾ ਗੀਤ ਗਨ ਗਾਏ ਨਾਰ। ਇੱਕ ਪਾਸੇ ਵਾਜੇ ਵੱਜ ਰਹੇ ਨੇ ਸੋਹਣੇ ਉਦਾਰ ਸ੍ਰੇਠ, ਇੱਕ ਪਾਸੇ ਮਾਈਆਂ ਬੀਬੀਆਂ ਇਕੱਠੀਆਂ ਹੋਈਆਂ ਸੋਹਣੇ ਗੀਤ ਗਾ ਰਹੀਆਂ, ਭਾਵ ਘੋੜੀਆਂ ਗਾਈਆਂ ਜਾ ਰਹੀਆਂ ਹਨ। ਜਿਵੇਂ ਕਈ ਦਿਨ ਪਹਿਲਾਂ ਹੀ ਵਿਆਹ ਤੋਂ ਘੋੜੀਆਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਸਨ ਪਿਆਰੇ ਪੁਰਾਣੇ ਸਮੇਂ ਅੰਦਰ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਮਾਈਆਂ ਆਪਣੇ ਵਜਦ ਵਿੱਚ ਆਈਆਂ ਹੋਈਆਂ ਮਿੱਠੀ ਸੁਰ ਵਿੱਚ ਗਾ ਰਹੀਆਂ ਹਨ। ਛਣਕਾਰ ਰਥਨ ਉਤ ਅਧਿਕ ਹੋਏ, ਇੱਕ ਦਿਸ਼ਾ ਕੁਦਾਵਤ ਹੈਨ ਕੋਏ। ਜਦੋਂ ਰੱਥ ਚੱਲਦੇ ਭਾਈ ਸਾਹਿਬ ਕਹਿੰਦੇ ਛਣਕਾਰ, ਛਣਕ ਛਣਕ ਦੀ ਆਵਾਜ਼ ਹੁੰਦੀ ਹੈ ਬਹੁਤ ਜ਼ਿਆਦੀ। ਇੱਕ ਪਾਸੇ ਰੱਥਾਂ ਦੀ ਆਵਾਜ਼ ਹੋ ਰਹੀ, ਦੂਜੇ ਪਾਸੇ ਘੋੜੇ ਕੁੱਦਦੇ, ਤੇ ਉਹ ਘੋੜੇ ਜਦੋਂ ਕੁੱਦਦੇ ਛਾਲਾਂ ਮਾਰਦੇ ਉਹਨਾਂ ਦੇ ਟਾਪਾਂ ਦੀ ਆਵਾਜ਼ ਹੁੰਦੀ ਹੈ, ਘੋੜੇ ਹਿਣਕਦੇ ਵੀ ਹਨ। ਵੱਡ ਸ਼ਬਦ ਚੱਕਰਨ ਭਰੀ ਪੀਰ, ਨਾਰ ਬ੍ਰਿੰਦ ਕੋਲਾਹਲ ਅਧਿਕ ਭੀਰ। ਰੱਥਾਂ ਦੇ ਪਹੀਆਂ ਦੇ ਜਿਹੜੇ ਚੱਕਰ ਆ ਨਾ ਭਾਈ ਸਾਹਿਬ ਕਹਿੰਦੇ, ਉਹ ਜਦੋਂ ਚੱਕਰ ਚੱਲਦੇ ਨੇ ਪੁਰਾਣੇ ਸਮੇਂ ਵਿੱਚ, ਜੱਜ ਵੀ ਰੱਥ ਦੇ ਪਹੀਏ ਜਿਹੜੇ ਉਹ ਲੱਕੜ ਦੇ ਹੀ ਬਣਾਏ ਜਾਂਦੇ ਹਨ, ਤੇ ਉਹ ਆਵਾਜ਼ ਕਰਦੇ ਚੀਕੂ ਚੀਕੂ ਦੇ ਜਦੋਂ ਚੱਲਣ, ਉਹ ਆਵਾਜ਼ ਭਾਈ ਸਾਹਿਬ ਕਹਿੰਦੇ ਇੱਥੇ ਕਰਦੇ ਨੇ, ਬੜੀ ਉੱਚੀ ਆਵਾਜ਼ ਹੁੰਦੀ, ਬੜੀ ਭੀੜ ਹੈ ਬਰਾਤ ਦੀ। ਨਰ ਬ੍ਰਿੰਦ ਕੋਲਾਹਲ ਅਧਿਕ ਭੀੜ, ਬਹੁਤੀ ਸੰਗਤਾਂ ਇਕੱਠੀਆਂ ਹੋਣ ਕਰਕੇ ਬਹੁਤਾ ਰੌਲਾ ਹੋ ਰਿਹਾ ਹੈ। ਹੋਏ ਹੈ ਨਹਿ ਰੇਖਾ ਧੁਨ ਉਠੰਤ, ਸ਼ੁਤਰਨ ਉਪਰ ਸੁਥਰੀ ਬਜੰਤ। ਹੋਏ ਹੈਨ ਹਰੇਖਾ ਧੁਨ ਉਠੰਤ, ਹੈਨ ਹੁੰਦੇ ਘੋੜੇ, ਘੋੜੇ ਜਦੋਂ ਹਰੇਖਾ ਹੁੰਦੇ ਹਿਣਕਦੇ, ਘੋੜੇ ਜਦੋਂ ਹਿਣਕਦੇ ਨੇ ਉਦੋਂ ਧੁਨ ਉਠੰਤ, ਉਦੋਂ ਆਵਾਜ਼ ਉੱਠਦੀ ਹੈ। ਸ਼ੁਤਰਨ, ਸ਼ੂਤਰ ਕਹਿੰਦੇ ਨੇ ਬੋਤਿਆਂ ਊਠਾਂ ਨੂੰ। ਸੋ ਜਿਹੜੇ ਊਠਾਂ ਬੋਤਿਆਂ ਦੇ ਉੱਪਰ ਛੋਟੇ ਨਗਾਰੇ ਰੱਖੇ ਹੋਏ ਨੇ, ਉੱਪਰ ਸੁਥਰੀ ਬਚੰਤ, ਸੁਥਰੀ ਕਹਿੰਦੇ ਨੇ ਨਗਾਰਿਆਂ ਨੂੰ। ਸੋ ਊਠਾਂ 'ਤੇ ਧਰੇ ਜਾਣ ਵਾਲੇ ਜਿਹੜੇ ਨਗਾਰੇ ਹਨ ਉਹ ਸਜਾਏ ਹੋਏ ਊਠਾਂ ਦੇ ਉੱਪਰ ਬੜੀ ਸੋਹਣੀ ਆਵਾਜ਼ ਵਿੱਚ ਵੱਜਦੇ ਧੁਨੀ ਪ੍ਰਗਟ ਕਰਦੇ ਹਨ। ਕੁਛ ਕਹੀ ਬਾਤ ਨਹਿ ਸੁਣਿਐ ਜਾਏ, ਇਮ ਪਣਵ ਪਟੈ ਟੋਲਾਦ ਵਾਏ। ਕਿਸੇ ਦੀ ਕਹੀ ਹੋਈ ਗੱਲ ਕੰਨਾਂ 'ਚ ਸੁਣਾਈ ਨਹੀਂ ਦਿੰਦੀ, ਕਿਉਂਕਿ ਆਵਾਜ਼ ਹੀ ਇੰਨੀ ਜ਼ਿਆਦੀ ਹੋ ਰਹੀ ਹੈ। ਕਿਧਰੇ ਘੋੜੇ ਹਿਣਕੀ ਜਾ ਰਹੇ, ਕਿਧਰੇ ਰੱਥਾਂ ਦੇ ਪਹੀਏ ਚੀਕੂ ਚੀਕੂ ਕਰਦੇ, ਕਿਧਰੇ ਲੋਕ ਗੱਲਾਂ ਕਰ ਰਹੇ, ਬਰਾਤੀ ਸੱਜਣ ਆਪਸ 'ਚ ਬੋਲਦੇ ਗੱਲਾਂ ਕਰਦੇ। ਕਿਸੇ ਦੀ ਕਈ ਆਵਾਜ਼ ਕੋਈ ਕੰਨ 'ਚ ਕੋਈ ਸੁਣਾਈ ਨਹੀਂ ਦਿੰਦੀ ਕਿ ਕੋਈ ਕੀ ਕਹਿੰਦਾ ਹੈ। ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਪਟੇ ਇਮ ਪੰਨਵ ਪਟੇ ਢੋਲ ਆਦ ਵਾਏ, ਛੋਟੇ ਵੱਡੇ ਨਗਾਰੇ ਤੇ ਢੋਲਕ ਵੱਜਦੇ ਹਨ। ਗੁਰਪੁਰੀ ਛੋਟ ਉਤਸਵ ਵਿਸ਼ਾਲ, ਜਨ ਵਿੱਚ ਨਮੀ ਬਾਹਰ ਉਛਾਲ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇਉਂ ਸਮਝੋ ਕਿ ਜਿਵੇਂ ਗੁਰੂ ਸਾਹਿਬ ਜੀ ਦੀ ਪੁਰੀ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਵੱਡਾ ਉਤਸਵ ਮਹਾਨ ਉਤਸ਼ਾਹ ਸੀ ਨਾ, ਉਹ ਨਗਰੀ ਵਿੱਚ ਸਮਾਇਆ ਨਹੀਂ ਹੈ, ਸਮਾਇਆ ਨਹੀਂ ਜਾ ਰਿਹਾ। ਜਿਵੇਂ ਭਾਂਡੇ ਦੇ ਵਿੱਚ ਕੋਈ ਚੀਜ਼ ਪਾ ਦਿੱਤੀ ਜਾਂਦੀ, ਭਾਂਡਾ ਉਛਲ ਜਾਂਦਾ ਹੈ, ਇਸੇ ਤਰ੍ਹਾਂ ਹੀ ਇਹ ਉਤਸਵ ਇੰਨਾ ਭਾਰੀ ਵੱਡਾ ਹੈ ਕਿ ਗੁਰੂ ਪਾਤਸ਼ਾਹ ਦੀ ਨਗਰੀ ਛੋਟੀ ਪੈ ਗਈ, ਉਤਸ਼ਾਹ ਵੱਡਾ ਹੋ ਗਿਆ। ਜਨ ਵਿੱਚ ਨਾ ਮੇ ਬਾਹਰ ਉਛਾਲ, ਜਿਵੇਂ ਉਸ ਪੁਰੀ ਦੇ ਵਿੱਚ ਉਤਸ਼ਾਹ ਸਮਾ ਨਹੀਂ ਰਿਹਾ, ਮੇ ਨਹੀਂ ਰਿਹਾ, ਬਾਹਰ ਉਛਾਲੇ ਮਾਰਦਾ ਹੈ। ਗਮਨੇ ਸੋ ਪੰਥ ਦਿਨ ਰਹਿਤ ਜਾਮ, ਜੁਗ ਕੋਸ ਜਾਈ ਠਾਨਿਓ ਬਿਸਰਾਮ। ਸੋ ਜਦੋਂ
ਦਿਨ ਇੱਕ ਜਾਮ ਰਹਿ ਗਿਆ ਸੀ ਨਾ। ਭਾਈ ਸਾਹਿਬ ਕਹਿੰਦੇ ਗਮਨੇ ਸੋ ਪੰਥ ਦਿਨ ਰਹਿਤ ਜਾਮ, ਜਾਮ ਹੁੰਦਾ ਪਹਿਰ 3 ਘੰਟੇ। ਉਦੋਂ ਅਜੇ ਦਿਨ ਰਹਿੰਦਾ ਸੀ। ਸੂਰ ਛਿਪਣ ਵਿੱਚ ਸਮਾਂ ਸੀ ਜਦੋਂ ਬਰਾਤ ਚੜ੍ਹ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਚਲੇ ਗਏ। ਚਲ ਪ੍ਰਥਮ ਸਿਵਰ ਕੀਏ ਥੋਰ ਦੂਰ, ਉਤਰੀ ਬਰਾਤ ਸ਼ੋਭੰਤ ਰੂਰ। ਜੁਗ ਕੋਸ ਜਾਏ ਠਾਨਿਓ ਵਿਸਰਾਮ, 2 ਕੋਹ ਦਾ ਪੈਂਡਾ ਤੈਅ ਕਰਕੇ ਜਾ ਕੇ ਫਿਰ ਵਿਸਰਾਮ ਕੀਤਾ। ਇਹ ਪਹਿਲਾ ਸਿਵਰ ਲਾਇਆ ਹੈ। ਪ੍ਰਥਮ ਸਿਵਰ ਹੁੰਦਾ ਪੜਾ ਡੇਰਾ। ਪਹਿਲਾ ਸਿਵਰ ਲਾਇਆ ਕਿ ਥੋੜ ਦੂਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਥੋੜੀ ਹੀ ਦੂਰ ਜਾ ਕੇ 2 ਕੋਹ ਦੀ ਦੂਰੀ ਤੇ ਜਾ ਕੇ ਪਹਿਲਾ ਪੜਾ ਲਾ ਲਿਆ। ਉਤਰੀ ਬਰਾਤ ਸ਼ੋਭੰਤ ਰੂਰ, ਗਨ ਤ੍ਰੀ ਸੰਗ ਲੈ ਗੰਗ ਆਈ। ਬਰਾਤ ਉੱਥੇ ਉਤਰ ਪਈ। ਭਾਈ ਸਾਹਿਬ ਕਹਿੰਦੇ ਕਿ ਮਾਤਾ ਗੰਗਾ ਜੀ ਜਦੋਂ ਬਰਾਤ ਤੁਰ ਪਈ, ਸਾਰੀਆਂ ਮਾਈਆਂ ਬੀਬੀਆਂ ਨੂੰ ਨਾਲ ਲੈ ਕੇ ਵਾਪਸ ਆਪਣੇ ਘਰ ਗੁਰਦੁਆਰਾ ਗੁਰੂ ਕੇ ਮਹਿਲਾਂ ਵਿਖੇ ਆ ਪਹੁੰਚੇ। ਨਿਜ ਸਦਨ ਪ੍ਰਵੇਸ਼ਤ ਰੁਚਿਰ ਗਾਏ, ਸੁਖ ਚਹਿਤ ਪੁੱਤਰ ਮਹਿ ਅਧਿਕ ਪਿਆਰ। ਵਿਛਰਿਓ ਸੋ ਪ੍ਰਥਮ ਜਿਸ ਨਿਤ ਨਿਹਾਰ। ਤੇ ਮਾਤਾ ਜੀ ਆਪਣੇ ਪੁੱਤਰ ਦੀ ਸੁਖ ਚਾਹੁੰਦੇ ਨੇ। ਪੁੱਤਰ ਮੈਂ ਅਧਿਕ ਪਿਆਰ, ਜਿਸ ਪੁੱਤਰ ਵਿੱਚ ਅਤ ਦਾ ਸਨੇਹ ਪਿਆਰ ਪ੍ਰੀਤ ਹੈ। ਕਿਉਂਕਿ ਅੱਜ ਪਹਿਲੀ ਵਾਰੀ ਮਾਂ ਗੰਗਾ ਜੀ ਦੇ ਨਾਲੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵਿਛੜੇ ਨੇ। ਨਹੀਂ ਤੇ ਮਾਤਾ ਜੀ ਆਪਣੀ ਅੱਖਾਂ ਤੋਂ ਪਾਸੇ ਨਹੀਂ ਸਨ ਕਰਦੇ, ਵਸਾ ਨਹੀਂ ਸੀ ਖਾਂਦੇ। ਸੋ ਭਾਈ ਸਾਹਿਬ ਕਹਿੰਦੇ ਵਿਛਰਿਓ ਸੋ ਪ੍ਰਥਮ ਜਿਸ ਨਿਤ ਨਿਹਾਰ। ਜਿਸ ਪੁੱਤਰ ਨੂੰ ਮਾਂ ਗੰਗਾ ਨਿਤ ਹੀ ਅੱਖਾਂ ਦੇ ਸਾਹਮਣੇ ਵੇਖ ਕੇ ਵੇਖਦਿਆਂ ਰੱਜਦੀ ਨਹੀਂ ਸੀ, ਥੱਕਦੀ ਨਹੀਂ ਸੀ। ਅੱਜ ਪਹਿਲੀ ਵਾਰੀ ਉਹ ਲਾਲ, ਉਹ ਸੋਹਣਿਆਂ ਦਾ ਸਰਤਾਜ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਮਾਤਾ ਜੀ ਨਾਲੋਂ ਵਿਛੜ ਕੇ ਅੱਜ ਪਹਿਲੀ ਰਾਤ ਸੀ ਜਦੋਂ ਵੱਖਰੇ ਸੌਣ ਲੱਗੇ। ਸੁਤ ਸਹਿਤ ਸਨੂਖਾ ਪਿਖਵ ਫੇਰ, ਔਰ ਸਿਮਰ ਸਿਮਰ ਕਹਿ ਬੀਰ ਬੀਰ। ਤੇ ਮਾਤਾ ਜੀ ਨੇ ਹੁਣ ਪੁੱਤਰ ਨੂੰ ਆਪਣੀ ਸਹਿਤ ਸਨੂਖਾ ਹੁੰਦੀ ਨੋ ਰਾਣੀ ਦੇ ਸਮੇਤ ਵੇਖਣਾ ਹੈ। ਹਿਰਦੇ ਵਿੱਚ ਸਿਮਰ ਕਹਿ ਬੇਰ ਬੇਰ, ਵਾਰ ਪੁੱਤਰ ਨੂੰ ਯਾਦ ਕਰਦੀ, ਗੁਰੂ ਅੱਗੇ ਅਰਦਾਸਾਂ ਕਰਦੀ ਹੈ। ਔਰ ਕਿਰਪਾ ਪਾਈ ਆਵੇ ਆਨੰਦ, ਸਭ ਤਰੀ ਕਹਿਤ ਤੁਬ ਨੰਦ ਚੰਦ। ਤੇ ਮਾਤਾ ਜੀ ਵੀ ਕਹਿੰਦੇ ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਦੇ ਕਿਰਪਾ ਪਾ ਕੇ ਸਪੁੱਤਰ ਜੀ ਖੁਸ਼ੀਆਂ ਆਨੰਦ ਦੇ ਨਾਲ ਵਿਆਹ ਕਰਵਾ ਕੇ ਵਾਪਸ ਘਰ ਵਿੱਚ ਆਉਣ। ਤੇ ਜਿਹੜੀਆਂ ਬੀਬੀਆਂ ਲਾਗੋਂ ਸੁਣਦੀਆਂ ਉਹ ਵੀ ਕਹਿੰਦੀਆਂ ਸਭ ਤਰੀ ਕਹਿਤ ਤੁਬ ਆਨੰਦ ਚੰਦ। ਕੀ ਕਹਿੰਦੀਆਂ ਹਨ ਕਿ ਗੰਗਾ ਜੀ ਤੁਹਾਡਾ ਜਿਹੜਾ ਪੁੱਤਰ ਨੇ ਚੰਦਰਮਾ ਦੀ ਤਰ੍ਹਾਂ ਸੋਹਣਾ ਹੈ। ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਛੇਤੀ ਨਾਲ ਰਾਜੀ ਖੁਸ਼ੀ ਵਾਪਸ ਘਰ ਆਵੇ। ਨੋ ਰਾਣੀ ਨੂੰ ਵਿਆਹ ਕਰਕੇ ਤੁਹਾਡੀ ਨੂੰ ਨਾਲ ਲੈ ਕੇ ਤੇ ਸੁਖੀ ਸਾਂਦੀ ਘਰ ਪਰਤੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਅਰਦਾਸਾਂ ਮਾਈਆਂ ਬੀਬੀਆਂ ਤੇ ਮਾਤਾ ਗੰਗਾ ਜੀ ਦੇ ਮੁਖ ਤੋਂ ਨਿਕਲਦੀਆਂ ਹਨ। ਦੋਹਰਾ ਖਾਨ ਪਾਨ ਉੱਤਮ ਕਰਿਓ, ਨਿਸਾ ਬਿਖੈ ਪਰ ਸੋਏ। ਜਿੱਥੇ ਜਾ ਕੇ ਪੜਾ ਲਾਇਆ ਉੱਥੇ ਲੰਗਰ ਪ੍ਰਸ਼ਾਦ ਤਿਆਰ ਹੋਇਆ। ਖਾਣਾ ਪਾਣਾ, ਖਾਣ ਤੇ ਪੀਣ ਜਿਹੜਾ ਸੀ ਉੱਤਮ ਸੋਹਣਾ ਕਰਕੇ ਰਾਤ ਦੇ ਵਿਖੇ ਪਰ ਸੋਏ ਵਿਸਰਾਮ ਕੀਤਾ। ਸ਼੍ਰੀ ਸਤਿਗੁਰ ਅਰਜਨ ਨਿਕਟ, ਹਰ ਗੋਬਿੰਦ ਤਬ ਹੋਇ। ਸ਼੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਾਸ ਸਾਹਿਬਾਂ ਦੇ ਸਾਹਿਬਜ਼ਾਦਾ ਸਾਡੇ ਸੁਆਮੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਜ ਪਿਤਾ ਸਤਿਗੁਰੂ ਜੀ ਦੇ ਪਾਸ ਹੋ ਕਰਕੇ, ਨੇੜੇ ਹੋ ਕਰਕੇ ਵਿਸਰਾਮ ਕਰਨ ਲੱਗੇ। ਪਾਦੜੀ ਚੰਦ ਜਬ ਰਹੀ ਜਾਮਨੀ ਆਨ ਜਾਮ, ਸਿਮਰਨ ਲੱਗੇ ਸੋ ਕਰਤਾਰ ਨਾਮ। ਜਦੋਂ ਇੱਕ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲੇ ਦੇ 3 ਵੱਜ ਗਏ। ਸਤਿਗੁਰੂ ਪਾਤਸ਼ਾਹ ਜੀ ਜਾਗੇ ਹਨ। ਸਾਰੇ ਬਰਾਤੀ ਸੱਜਣ ਜਾਗ ਪਏ ਤੇ ਕੀ ਕਰਨ ਲੱਗ ਪਏ? ਸਿਮਰਨ ਲੱਗੇ ਸੋ ਕਰਤਾਰ ਨਾਮ। ਜਿਹੜਾ ਕਰਤਾ ਪੁਰਖ ਹੈ ਸ੍ਰਿਸ਼ਟੀ ਦਾ ਰਚਨਹਾਰ ਅਕਾਲ ਪੁਰਖ ਵਾਹਿਗੁਰੂ ਜੀ, ਉਹਦਾ ਨਾਮ ਸਿਮਰਨ ਕਰਨ ਲੱਗੇ। ਰਾਗੀ ਰਬਾਬ ਸੋ ਮਿਰਦੰਗ ਸੰਗ,
ਇਨ ਕੋ ਬਜਾਏ ਗਾਵਤ ਉਤੰਗ। ਗੁਰੂ ਕੇ ਰਾਗੀ ਰਬਾਬੀ ਸਿੱਖ ਜਿਹੜੇ ਨੇ ਰਬਾਬ ਦੇ ਨਾਲ ਤੇ ਮਿਰਦੰਗ ਦੇ ਨਾਲ ਇਹਨਾਂ ਸਾਜ਼ਾਂ ਨੂੰ ਵਜਾਉਂਦੇ ਹੋਏ ਗੁਰੂ ਕੀ ਬਾਣੀ ਦਾ ਕੀਰਤਨ ਕਰਨ ਲੱਗੇ ਨੇ। ਸਤਿਗੁਰੂ ਦੇ ਘਰ ਦੀ ਮਰਿਆਦਾ ਭਾਵੇਂ ਸੁੱਖ ਹੋਵੇ ਤੇ ਦੁੱਖ ਹੋਵੇ, ਗੁਰੂ ਕੀ ਬਾਣੀ ਦਾ ਪੱਲਾ ਨਹੀਂ ਛੱਡਣਾ। ਇੱਥੇ ਵਿਆਹ ਦੇ ਸਮੇਂ ਬਰਾਤ ਦੇ ਨਾਲ ਜਾ ਰਹੇ ਸਾਰੇ ਸੱਜਣ ਬਰਾਤੀ ਸੱਜਣ ਕੀਰਤਨੀਏ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੀ ਬਾਣੀ ਪੜ੍ਹਦੇ ਮਾਲਕ ਦੀ ਇਬਾਦਤ ਵਿੱਚ ਜੁੜਦੇ ਨੇ। ਤੇ ਸਰਸਾ ਨਦੀ ਦੇ ਕੰਢੇ ਤੇ ਪੰਥ ਦਾ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅੱਤ ਦਾ ਬਿਪਤਾ ਤੇ ਵਿਖੜਾ ਸਮਾਂ ਹੈ, ਬਿਪਤਾ ਭਰਿਆ ਵਕਤ ਸੀ, ਪਰ ਸਾਹਿਬਾਂ ਨੇ ਉੱਥੇ ਵੀ ਅੰਮ੍ਰਿਤ ਵੇਲੇ ਦਾ ਸਮਾਂ ਖੁੰਝਾਇਆ ਨਹੀਂ। ਜੋ ਗੁਰੂ ਦੇ ਘਰ ਦੀ ਮਰਿਆਦਾ ਨਿਯਮ ਸੀ, ਸਤਿਗੁਰੂ ਪਾਤਸ਼ਾਹ ਨੇ ਆਪ ਉੱਥੇ ਸਾਜ ਸਰੰਦਾ ਲੈ ਕਰਕੇ ਕੀਰਤਨ ਕੀਤਾ। ਇਹ ਘਟਨਾਵਾਂ, ਇਹ ਵਾਰਤਾਵਾਂ, ਇਹ ਪ੍ਰਸੰਗ ਸਾਨੂੰ ਪ੍ਰੇਰਨਾ ਦਿੰਦੇ ਕਿ ਸਿੱਖਾ ਜੀਵਨ ਵਿੱਚ ਖੁਸ਼ੀ ਹੋਵੇ, ਗਮੀ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਵਾਧ ਹੋਵੇ, ਘਾਟ ਹੋਵੇ, ਗੁਰੂ ਕੀ ਬਾਣੀ ਦਾ ਕੀਰਤਨ ਨਹੀਂ ਛੱਡਣਾ, ਸਿਮਰ ਨਹੀਂ ਛੱਡਣਾ, ਬੰਦਗੀ ਕਰਨ ਤੋਂ ਨਹੀਂ ਹਟਣਾ। ਹਮੇਸ਼ਾ ਹੀ ਆਪਣੇ ਕਰਤਾ ਪੁਰਖ ਨੂੰ ਯਾਦ ਰੱਖਣਾ ਹੈ, ਸੁੱਖ ਵਿੱਚ ਵੀ ਤੇ ਦੁੱਖ ਵਿੱਚ ਵੀ। ਵੈਸੇ ਦੁੱਖ ਵਿੱਚ ਬੰਦੇ ਨੂੰ ਯਾਦ ਆਉਂਦਾ ਤੇ ਸੁੱਖ ਵਿੱਚ ਭੁੱਲ ਜਾਂਦਾ। ਸਿਆਣੇ ਕਹਿੰਦੇ ਗੁਰੂ ਦੀ ਸਿੱਖੀ ਦੀ ਮਰਿਆਦਾ ਕਿਸੇ ਦੇ ਘਰ ਵਿੱਚ ਵੇਖਣੀ ਹੋਵੇ, ਪੁੱਤਰ ਦੇ ਵਿਆਹ ਤੇ ਵੇਖੀ ਜਾ ਸਕਦੀ ਕਿ ਕਿੰਨੇ ਕੁ ਸਿੱਖੀ ਦੇ ਅਸੂਲ ਨਿਯਮ ਨਿਭਾਉਂਦੇ ਹਨ। ਸਿਰੇ ਦੀ ਮਨ ਮੱਤ ਸਿੱਖ ਖਵਾਉਣ ਵਾਲਿਆਂ ਦੇ ਘਰਾਂ ਵਿੱਚ ਵੇਖਣ ਨੂੰ ਮਿਲ ਜਾਂਦੀ ਵਿਆਹ ਦੇ ਸਮੇਂ। ਅਜੇ ਗਮੀ ਦੇ ਸਮੇਂ ਤਾਂ ਥੋੜ੍ਹਾ ਬਹੁਤਾ ਕੋਈ ਗੁਰੂ ਦੀ ਮੱਤ ਧਾਰਨ ਕਰ ਲੈਂਦਾ, ਪਰ ਵਿਆਹਾਂ ਵਿੱਚ ਰੱਜ ਕਰਕੇ ਮਨਮੱਤ ਕੀਤੀ ਜਾਂਦੀ ਹੈ। ਸੋ ਸਤਿਗੁਰੂ ਪਾਤਸ਼ਾਹ ਨੇ ਇਹ ਜਿਹੜੇ ਪੂਰਨੇ ਪਾਏ ਨੇ ਸਾਡੇ ਵਾਸਤੇ ਨੇ ਕਿ ਖੁਸ਼ੀ ਦੇ ਸਮੇਂ ਵੀ ਮਾਲਕ ਨੂੰ ਕਦੀ ਭੁੱਲਣਾ ਨਹੀਂ ਹੈ। ਡੀਜੇ ਵਜਾ ਕਰਕੇ ਨੱਚਣ ਕੁੱਦਣ ਵਿੱਚ ਸਾਰੀ ਰਾਤ ਨਹੀਂ ਲਗਾ ਦੇਣੀ, ਸਗੋਂ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੀ ਇਬਾਦਤ ਵਿੱਚ ਸਿਮਰਨ ਵਿੱਚ ਜੁੜਨਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਗੁਰੂ ਕੇ ਰਬਾਬੀ ਕੀਰਤਨੀਏ ਸਿੱਖ ਉੱਠੇ ਨੇ। ਅੰਮ੍ਰਿਤ ਵੇਲੇ ਆਪਣੇ ਸਾਜ ਸੁਰ ਕੀਤੇ, ਗਾਵਤੋ ਤੰਗ ਉੱਚੀ ਆਵਾਜ਼ ਦੇ ਵਿੱਚ ਗੁਰੂ ਕੇ ਕੀਰਤਨੀਆਂ ਨੇ ਬਾਣੀ ਦਾ ਗਾਇਨ ਪ੍ਰਾਰੰਭ ਕੀਤਾ। ਸ਼ਰੁਤ ਸੁਖਦ ਗਾਈ ਗੁਰ ਸ਼ਬਦ ਰਾਗ, ਸਿੱਖ ਸੁਨਤ ਪ੍ਰੇਮ ਕਰ ਮਹਿਦ ਭਾਗ। ਕੰਨਾਂ ਨੂੰ ਸੁੱਖ ਦੇਣ ਵਾਲੇ ਗੁਰੂ ਦੇ ਸ਼ਬਦ, ਗੁਰੂ ਕੀ ਬਾਣੀ ਨੂੰ ਰਾਗਾਂ ਵਿੱਚ ਰਬਾਬੀ ਸਿੱਖ ਗਾਉਂਦੇ ਨੇ, ਜਿਸ ਨੂੰ ਸੁਣ ਕਰਕੇ ਸਿੱਖ ਪ੍ਰੇਮ ਕਰ ਮਹਿਦ ਭਾਗ। ਬੜਾ ਪ੍ਰੇਮ ਕਰਦੇ ਨੇ, ਪ੍ਰੇਮ ਪੈਦਾ ਹੁੰਦਾ ਜਿਨ੍ਹਾਂ ਦੇ ਮਹਿਦ ਭਾਗ, ਵੱਡੇ ਭਾਗ ਨੇ, ਜਿਨ੍ਹਾਂ ਦੇ ਵੱਡੇ ਕਰਮ ਨੇ, ਚੰਗੇ ਨਸੀਬ ਨੇ। ਉਹ ਗੁਰੂ ਕੇ ਸਿੱਖ ਸੁਖਦਾਈ, ਸੁੱਖ ਦੇਣ ਵਾਲੀ ਅੰਮ੍ਰਿਤ ਬਾਣੀ ਦੀਆਂ ਧੁਨੀਆਂ ਕੰਨਾਂ ਵਿੱਚ ਜਦੋਂ ਪੈਂਦੀਆਂ ਨਾ, ਸੁਣ ਕਰਕੇ ਮਨ ਪ੍ਰੇਮ ਵਿੱਚ ਦਰਬ ਜਾਂਦਾ ਹੈ। ਪ੍ਰੇਮ ਦੇ ਉਛਾਲੇ, ਪ੍ਰੇਮ ਦੇ ਹੁਲਾਰੇ ਅੰਦਰੋਂ ਵੱਜ ਕੇ ਸੁਰਤ ਦਾ ਚੜਾਅ ਹੋ ਜਾਂਦਾ ਹੈ। ਇਸ਼ਨਾਨ ਆਦ ਸਭ ਸੋਚ ਕੀਨ, ਨਰ ਉੱਠੇ ਸਕਲ ਮਤ ਨਾਮ ਪੀਨ। ਜਿੱਥੇ ਗੁਰੂ ਸਾਹਿਬ ਤੇ ਗੁਰੂ ਕੇ ਨਿਕਟ ਵਰਤੀ ਸਿੱਖਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕੀਤਾ, ਮਾਲਕ ਦੇ ਸਿਮਰਨ 'ਚ ਜੁੜੇ, ਉੱਥੇ ਬਾਕੀ ਜਿੰਨੇ ਬਰਾਤੀ ਸੱਜਣ ਸਨ, ਭਾਈ ਸਾਹਿਬ ਕਹਿੰਦੇ ਉਹ ਵੀ ਸਾਰੇ ਉੱਠ ਪਏ। ਸੌਚ ਕਿਰਿਆ ਕਰਕੇ ਸਾਰਿਆਂ ਨੇ ਸਰੀਰ ਨੂੰ ਸੁੱਚਾ ਕੀਤਾ। ਨਰ ਉੱਠੇ ਸਕਲ ਮਤ ਨਾਮ ਪੀਨ। ਜਿੰਨੇ ਸਾਰੇ ਸਨ ਭਾਈ ਸਾਹਿਬ ਕਹਿੰਦੇ ਸਾਰੇ ਉੱਠ ਪਏ। ਸਾਰਿਆਂ ਦੀ ਮਾਤੀ ਨਾਂ ਵਿੱਚ ਭੀਨ ਹੁੰਦਾ ਭਿੱਜ ਗਈ। ਗੁਰੂ ਅਰਜਨ ਦੇ ਪਾਤਸ਼ਾਹ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸੰਗਤ ਵਿੱਚ ਨਾਸਤਕ ਕਿੱਥੋਂ ਆ ਸਕਦਾ ਸੀ? ਰੱਬ ਦੀ ਹੋਣ ਤੋਂ ਮੁਨਕਰ ਕਿੱਥੇ ਠਹਿਰ ਸਕਦਾ ਸੀ? ਉੱਥੇ ਜਿੰਨੇ ਬਰਾਤੀ ਸਨ ਉਹ ਜੁੜੀਆਂ ਹੋਈਆਂ ਸੁਰਤਾਂ ਵਾਲੇ ਸਨ। ਤਾਂ ਹੀ ਇਹ ਭਾਈ ਸਾਹਿਬ ਪਿੱਛੇ ਕਹਿ ਆਏ ਕਿ ਬੜੇ ਸਾਊ ਸੱਜਣ ਇਸ ਬਰਾਤ ਵਿੱਚ ਸਨ। ਤੇ ਸਾਊ ਸ਼ਬਦ ਵਰਤਿਆ ਜਾਂਦਾ ਜਿਹੜਾ ਅਤ ਦਾ ਭਲਾ ਮਾਨਸ ਨੇਕ ਹੋਵੇ। ਇਹ ਨਾਮ ਅਭਿਆਸੀ ਗੁਰੂ ਕੇ ਸਿੱਖ, ਜਿਨ੍ਹਾਂ ਦੀ ਮੱਤ, ਜਿਨ੍ਹਾਂ ਦੀ ਬੁੱਧੀ ਨਾਮ ਵਿੱਚ ਭਿੱਜੀ ਹੋਈ ਲੀਨ ਹੈ, ਅੰਮ੍ਰਿਤ ਵੇਲੇ ਸਾਰੇ ਉੱਠ ਕੇ ਨਾਮ ਸਿਮਰਨ ਵਿੱਚ ਜੁੜ ਗਏ। ਧੰਨ
ਧੰਨ ਧੰਨ ਸਤਿਗੁਰੂ ਭਨਤ ਬੈਨ, ਸਤਨਾਮ ਸ਼੍ਰੋਣ ਸੁਨ ਹੋਤ ਚੈਨ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਮੰਤਰ ਦੀ ਧੁਨੀ ਦਾ ਲਾਪ ਹੋ ਰਿਹਾ। ਭਣਤ ਬੈਨ, ਸਾਰਿਆਂ ਦੇ ਮੂੰਹ ਵਿੱਚ ਉਹੀ ਆਵਾਜ਼ ਹੈ, ਸਤਨਾਮ ਵਾਹਿਗੁਰੂ ਸ਼੍ਰੋਣ ਸੁਨ ਹੋਤ ਚੈਨ। ਜਦੋਂ ਕੰਨਾਂ ਵਿੱਚ ਵਾਹਿਗੁਰੂ ਦੇ ਨਾਮ ਦੀ ਆਵਾਜ਼ ਧੁਨੀ ਪੈਂਦੀ ਹੈ, ਭਾਈ ਸਾਹਿਬ ਕਹਿੰਦੇ ਸੁਣ ਕੇ ਮਨ ਨੂੰ ਚੈਨ ਆ ਜਾਂਦਾ, ਮਨ ਨੂੰ ਟਿਕਾ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਪੁਨ ਬੱਜੇ ਬਾਜ ਪਿਖ ਪ੍ਰਾਤ ਕਾਲ, ਸਭ ਥੀਏ ਤਿਆਰ ਔਰ ਮੁਦ ਵਿਸ਼ਾਲ। ਸੋ ਫਿਰ ਪੁਨ ਬੱਜੇ ਬਾਜ, ਜਦੋਂ ਦਿਨ ਦਾ ਚੜ੍ਹਾਅ ਹੋ ਗਿਆ, ਭਾਈ ਸਾਹਿਬ ਕਹਿੰਦੇ ਵਾਜੇ ਵੱਜ ਗਏ, ਨਗਾਰਿਆਂ ਤੇ ਚੋਟਾਂ ਪੈ ਗਈਆਂ ਕਿ ਭਾਈ ਹੁਣ ਤਿਆਰਾ ਕਰਨਾ, ਅੱਗੇ ਚਾਲਾ ਪਾਉਣਾ। ਸਾਰੇ ਜਿੰਨੇ ਬਰਾਤੀ ਸੱਜਣ ਸਨ ਔਰ ਮੁੱਧ ਵਿਸਾਲ, ਔਰ ਹਿਰਦੇ ਵਿੱਚ ਮੁੱਧ ਹੁੰਦੀ ਖੁਸ਼ੀ, ਹਿਰਦੇ ਵਿੱਚ ਵਿਸਾਲ ਖੁਸ਼ੀ, ਬੜੀ ਭਾਰੀ ਖੁਸ਼ੀ, ਸਾਰੇ ਤਿਆਰ ਹੋ ਪਏ। ਅਸਵਾਰ ਭਏ ਸਭ ਸਜਤ ਜਾਨ, ਵੱਡ ਉੱਠਿਓ ਸ਼ਬਦ ਨਹਿ ਸੁਨੀਏ ਕਾਨ। ਸਾਰੇ ਜਾਣ ਵਾਸਤੇ ਸੱਜਣ ਸੱਜ ਧੱਜ ਗਏ, ਤਿਆਰ ਹੋ ਪਏ। ਅਸਵਾਰ ਭਏ, ਘੋੜਿਆਂ ਤੇ ਸਵਾਰ ਹੋ ਗਏ, ਆਪਣੀਆਂ ਸਵਾਰੀਆਂ ਰਥਾਂ ਤੇ ਗੱਡਿਆਂ ਤੇ। ਵੱਡ ਉੱਠਿਓ ਸ਼ਬਦ ਨਹਿ ਸੁਣੀ ਕਾਨ, ਜਦੋਂ ਬਰਾਤ ਨੇ ਇੱਥੋਂ ਚਾਲਾ ਪਾਇਆ, ਭਾਈ ਸਾਹਿਬ ਕਹਿੰਦੇ ਫੇਰ ਖਰਬਰ ਖਰਬਰ ਦੀ ਆਵਾਜ਼ ਉੱਠੀ ਤੇ ਕੰਨਾਂ 'ਚ ਆਵਾਜ਼ ਸੁਣਾਈ ਨਹੀਂ ਦਿੰਦੀ। ਦਿਨ ਚੜੇ ਚਲਤ ਹਿਮ ਰੁੱਤ ਮਹਾਨ, ਨਹਿ ਲੱਗੈ ਸੀਤ ਹੋਏ ਤੇਜ ਭਾਨ। ਤੇ ਦਿਨ ਚੜੇ, ਇਹ ਸਾਰੇ ਬਰਾਤੀ ਸੱਜਣ ਚੱਲ ਪਏ। ਹਿਮ ਰੁੱਤ ਮਹਾਨ, ਹਿਮ ਰੁੱਤ ਦਾ ਸਮਾਂ ਚੱਲ ਰਿਹਾ ਹੈ। ਹਿਮਕਰ ਰੁੱਤ ਮਨ ਭਾਵਤੀ, ਮਾਘ ਫਗਣ ਗੁਣਵੰਤ ਜੀਓ। 6 ਰੁੱਤਾਂ ਦਾ ਜ਼ਿਕਰ ਸਾਹਿਬਾਂ ਬਾਣੀ 'ਚ ਕੀਤਾ। ਜਿੱਥੇ 12 ਮਹੀਨੇ ਉੱਥੇ 6 ਰੁੱਤਾਂ ਹਨ। 2 ਮਹੀਨਿਆਂ ਵਿੱਚ ਇੱਕ ਰੁੱਤ ਹੁੰਦੀ ਹੈ, ਹਿਮਕਰ ਰੁੱਤ ਹੁੰਦੀ ਹੈ ਮਾਘ ਤੇ ਫੱਗਣ ਦਾ ਮਹੀਨਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਆਨੰਦ ਕਾਰਜ ਮਾਘ ਦੀ 10ਵੀਂ ਨੂੰ ਹੋਣਾ ਨਿਯਤ ਹੋਇਆ ਹੈ। ਸੋ ਭਾਈ ਸਾਹਿਬ ਕਹਿੰਦੇ ਹਿਮ ਰੁੱਤ ਸ਼ੁਰੂ ਹੋਈ ਹੈ ਤੇ ਸੀਤ ਠੰਡ ਜਿਹੜੀ ਨਾ ਉਹ ਘਟ ਰਹੀ ਹੈ। ਹੁਣ ਪੋਹ ਦੀ ਠੰਡ ਨਹੀਂ ਹੈ, ਸੂਰਜ ਦੀਆਂ ਤੇਜ਼ ਕਿਰਨਾਂ ਸਾਹਮਣੇ ਪੈਂਦੀਆਂ ਹਨ। ਲੱਗੇ ਸੀਤ ਹੋਏ ਤੇਜ ਭਾਨ, ਨਹਿ ਲੱਗੇ ਸੀਤ, ਠੰਡ ਨਹੀਂ ਲੱਗਦੀ ਤੇ ਭਾਨ ਸੂਰਜ ਦਾ ਬੜਾ ਤੇਜ਼ ਤਿੱਖੀ ਧੁੱਪ ਪੈਂਦੀ ਹੈ। ਸਿਆੰਦਨ ਤੋ ਰੰਗ ਅਰ ਬਹਿਲ ਜਾਲ, ਬਾਦਿਤ ਬਜੰਤ ਚਾਲਤ ਉਤਾਲ। ਸੋਹਣੀਆਂ ਸਵਾਰੀਆਂ ਜਿਨ੍ਹਾਂ ਵਿੱਚ ਸਿਆੰਦਨ ਰਥ, ਤੁਰੰਗ ਘੋੜੇ, ਬਹਿਲ ਜਾਲ, ਬੈਲ ਗੱਡੀਆਂ, ਇਹ ਸਾਰੇ ਤੁਰੇ ਜਾ ਰਹੇ ਨੇ। ਬਾਦਤ ਬਚੰਤ ਵਾਜੇ ਵੱਜਦੇ, ਚਲਤ ਉਤਾਲ, ਬੜੇ ਕਾਹਲੀ ਛੇਤੀ ਨਾਲ ਚੱਲੇ ਜਾ ਰਹੇ ਹਨ। ਵੱਡ ਧੂਲ ਉਠਤ ਵਾਹਨ ਚਲੰਤ, ਗਨ ਛੁਤਰ ਗਮਨ ਭਾਰਨ ਉਠੰਤ। ਕੱਚੇ ਰਾਹ ਹੁੰਦੇ ਸਨ ਉਦੋਂ। ਜੋ ਲਾਹੌਰ ਤੋਂ ਗੋਂਦਵਾਲ ਸਾਹਿਬ ਨੂੰ ਰਸਤਾ ਜਾਂਦਾ, ਉਸ ਰਸਤੇ ਤੇ ਬਰਾਤ ਤੁਰੀ ਜਾ ਰਹੀ ਹੈ। ਸ਼ਾਹੀ ਮਾਰਗ ਸੀ, ਪੱਕਾ ਨਹੀਂ ਸੀ ਉਸ ਸਮੇਂ, ਹੈ ਕੱਚਾ ਸੀ ਪਰ ਹੈ ਸਾਫ਼ ਸੀ ਰਸਤਾ। ਸੋ ਧੂਲ ਭਾਈ ਸਾਹਿਬ ਕਹਿੰਦੇ ਘੱਟਾ ਮਿੱਟੀ ਬਹੁਤ ਉੱਠਿਆ ਜਦੋਂ ਵਾਹਨ ਚੱਲੇ, ਸਵਾਰੀਆਂ ਤੁਰੀਆਂ। ਬਹੁਤ ਸਾਰੇ ਊਠ, ਉਹਨਾਂ ਦੇ ਉੱਪਰ ਕੁਛ ਖਾਣ ਪੀਣ ਦਾ ਸਮਾਨ ਨਾਲ ਲੱਦਿਆ ਤੇ ਨਾਲ ਨਗਾਰੇ ਰੱਖੇ ਹੋਏ ਹਨ। ਗਨ ਆਏ ਜੋ ਮੰਗਤ ਪੰਥ ਬੀਚ, ਸਭ ਲਹਿ ਦਰਬ ਹੋਏ ਊਚ ਨੀਚ। ਰਸਤੇ ਵਿੱਚ ਜਿਹੜੇ ਜਿੰਨੇ ਵੀ ਆ ਕੇ ਮੰਗਤੇ ਲੋਕ ਮਿਲਦੇ, ਭਾਈ ਸਾਹਿਬ ਕਹਿੰਦੇ ਗੁਰੂ ਸਾਹਿਬ ਦੇ ਕੋਲੋਂ ਬਹੁਤ ਸਾਰਾ ਭਾਰੀ ਦਰਬ, ਧਨ ਕੀ ਉੱਚਾ ਤੇ ਕੀ ਨੀਵਾਂ, ਗੁਰੂ ਸਾਹਿਬ ਸਾਰਿਆਂ ਦੀਆਂ ਝੋਲੀਆਂ ਭਰਦੇ ਹਨ। ਜਸ ਭਨਤ ਗ੍ਰਾਮ ਜੇ ਰਾਹ ਮਾਹੀ, ਟਿਗ ਆਏ ਜਾਚ ਹਟ ਸ਼ੂਸ਼ ਨਾਹੀ। ਜਿੰਨੇ ਵੀ ਨਗਰ ਰਸਤੇ 'ਚ ਪਿੰਡ ਆ ਰਹੇ ਨੇ, ਜਿਹੜਾ ਵੀ ਰਾਹ 'ਚ ਪਿੰਡ ਆਉਂਦਾ ਹੈ ਤੇ ਉੱਥੋਂ ਦੇ ਮੰਗਤੇ ਇਕੱਠੇ ਹੋ ਕੇ ਆ ਜਾਂਦੇ, ਸਾਹਿਬਾਂ ਕੋਲੋਂ ਲੈ ਕੇ ਮਾਇਆ ਧਨ ਵਸਤੂਆਂ। ਤੇ ਜਸ ਭੰਤ ਗ੍ਰਾਮ ਜੇ ਰਾਹ ਮਾਹੇ, ਉਹਨਾਂ ਨਗਰਾਂ ਦੇ ਲੋਕ ਬੜਾ ਜਸ ਕਰਦੇ, ਵਡਿਆਈ ਕਰਦੇ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦਾ ਦੀ ਬਰਾਤ ਜਾ ਰਹੀ ਹੈ। ਜਿਹੜਾ ਵੀ ਭਾਈ ਸਾਹਿਬ ਕਹਿੰਦੇ ਮੰਗਣ ਆਇਆ, ਜਾਚ ਹੱਟ ਸ਼ੂਸ਼ ਨਾ ਹੈ, ਉਹ ਖਾਲੀ ਸ਼ੂਸ਼ਾ ਹੁੰਦਾ, ਖਾਲੀ
ਖਾਲੀ ਵਾਪਸ ਮੁੜ ਕੇ ਨਹੀਂ ਗਿਆ, ਸਗੋਂ ਸਾਹਿਬਾਂ ਦੇ ਕੋਲੋਂ ਵੱਡੀਆਂ ਦਾਤਾਂ ਹਾਸਲ ਕਰਕੇ ਲੈ ਕੇ ਗਏ। ਜਨ ਧਨ ਗਨ ਕਨ ਬਰਖੰਤ ਜਾਤ ਇਮ ਦੇਤ ਗੁਰੂ ਅਰਜਨ ਸੋ ਦਾਤ। ਭਾਈ ਸਾਹਿਬ ਕਹਿੰਦੇ ਪੈਸੇ ਧਨ ਦੀ ਵਰਖਾ ਇਸ ਤਰ੍ਹਾਂ ਹੁੰਦੀ ਹੈ, ਜਾ ਰਹੀ ਰਸਤੇ 'ਚ ਜਿਵੇਂ ਨਾ ਮੀਂਹ ਪੈਂਦਾ ਹੋਵੇ, ਬਰਸਾਤ ਹੋ ਰਹੀ ਹੋਵੇ। ਜਨ ਧਨ ਗਨ ਘਨ ਬਰਖੰਤ ਜਾਤ, ਘਨ ਹੁੰਦੇ ਬੱਦਲ, ਜਿਵੇਂ ਬੱਦਲ ਵਰਦੇ ਜਾਂਦੇ ਹੋਣ ਇਸ ਤਰ੍ਹਾਂ ਪੈਸੇ ਦੀ ਵਰਖਾ ਹੁੰਦੀ ਜਾਂਦੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਾਇਆ ਤੇ ਹੋਰ ਦਾਤਾਂ ਦੇ ਕਰਕੇ ਆਉਣ ਵਾਲਿਆਂ ਨੂੰ ਨਿਹਾਲ ਕਰਦੇ ਜਾ ਰਹੇ ਹਨ। ਚੱਲ ਸਨੇ ਸਨੇ ਪਹੁੰਚੇ ਖਡੂਰ ਤਬ ਆਏ ਦਾਤ ਗੁਰ ਕੋ ਹਦੂਰ। ਇਸ ਬਰਾਤ ਨੇ ਚਲਦਿਆਂ ਚਲਦਿਆਂ ਸਫ਼ਰ ਤੈਅ ਕਰਦਿਆਂ ਕਰਦਿਆਂ ਖਡੂਰ ਸਾਹਿਬ ਗੁਰੂ ਕੀ ਨਗਰੀ ਵਿੱਚ ਆ ਕੇ ਪੜਾ ਕਰ ਲਿਆ। ਆ ਪਹੁੰਚੇ ਹਨ ਖਡੂਰ ਸਾਹਿਬ ਨਗਰ ਵਿੱਚ। ਖਡੂਰ ਸਾਹਿਬ ਤੋਂ ਅੱਗੇ ਗੋਂਦਵਾਲ ਸਾਹਿਬ ਦਾ ਪੱਤਨ ਪਾਰ ਕਰਕੇ ਡੱਲੇ ਨਗਰ ਵਿੱਚ ਪਹੁੰਚਣਾ ਹੈ, ਕਿਉਂਕਿ ਉਦੋਂ ਪੁਲ ਤਾਂ ਹੁੰਦੇ ਨਹੀਂ ਸਨ, ਬੇੜੀਆਂ ਦਾ ਪੱਤਨ ਪੈਂਦਾ ਸੀ। ਤੇ ਉਦੋਂ ਸ਼ਾਹੀ ਪੱਤਨ ਜਿਹੜਾ ਸੀ, ਬਿਆਸਾ ਦਰਿਆ ਦਾ ਜਿਹੜਾ ਮੁੱਖ ਪੱਤਨ ਸੀ, ਉਹ ਗੋਇੰਦਵਾਲ ਸਾਹਿਬ ਵਿਖੇ ਸੀ। ਜੋ ਲਾਹੌਰ ਤੋਂ ਦਿੱਲੀ ਨੂੰ ਉਸ ਸਮੇਂ ਸੜਕ ਜਾਂਦੀ ਸੀ, ਰਾਹ ਜਾਂਦਾ ਸੀ ਰਸਤਾ, ਉਸ ਰਸਤੇ ਦਾ ਸ਼ਾਹੀ ਪੱਤਨ ਸੀ। ਇੱਥੋਂ ਹੀ ਸਾਰੇ ਰਾਹਗੀਰ ਲੰਘਦੇ ਟੱਪਦੇ ਸਨ। ਇੱਥੇ ਬੇੜੀ ਦੀ ਸੁਵਿਧਾ ਬਹੁਤ ਜ਼ਿਆਦਾ ਸੀ। ਇਸ ਵਾਸਤੇ ਸਾਰੀ ਬਰਾਤ ਇਸ ਪਾਸੇ ਨੂੰ ਤੁਰੀ ਜਾ ਰਹੀ ਹੈ। ਭਾਈ ਸਾਹਿਬ ਜੀ ਦੱਸ ਰਹੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਸਾਰੇ ਬਰਾਤੀਆਂ ਸਮੇਤ ਚਲਦੇ ਚਲਦੇ ਖਡੂਰ ਸਾਹਿਬ ਨਗਰ ਵਿੱਚ ਜਾ ਪਹੁੰਚੇ। ਤਦੋਂ ਗੁਰੂ ਅੰਗਦ ਦੇ ਪਾਤਸ਼ਾਹ ਦਾ ਪੁੱਤਰ ਦਾਤੂ ਜੀ ਸਾਹਿਬਾਂ ਦੇ ਕੋਲ ਆ ਕਰਕੇ ਬੇਨਤੀ ਕਰਨ ਲੱਗਾ। ਵਚ ਕਹਿਓ ਕਰੋ ਡੇਰਾ ਸਥਾਨ ਮੈਂ ਚਾਹੁੰਦੀਓ ਸਭ ਖਾਨ ਪਾਨ। ਦਾਤੂ ਜੀ ਨੇ ਬਚਨ ਕੀਤਾ ਬੇਨਤੀ ਰੂਪ ਵਿੱਚ, ਮਹਾਰਾਜ ਕਿਰਪਾ ਕਰੋ ਅੱਜ ਦਾ ਪੜਾ ਇੱਥੇ ਖਡੂਰ ਸਾਹਿਬ ਨਗਰ ਵਿੱਚ ਕਰੋ। ਮੈਂ ਚਾਹੁੰਦਾ ਹਾਂ ਕਿ ਸਾਰੇ ਬਰਾਤੀ ਸੱਜਣਾ ਦੀ ਸੇਵਾ ਕੀਤੀ ਜਾਵੇ, ਖਾਣ ਪਾਣ ਉਹਨਾਂ ਨੂੰ ਛਕਾਇਆ ਜਾਏ। ਪੁਰ ਗੋਂਦਵਾਲ ਜੇ ਚਾਹੋ ਜਾਨ ਸਭ ਹੋਏ ਸ਼ਰਮਤ ਵੱਡ ਖੇਦ ਮਾਨ। ਤੇ ਮਹਾਰਾਜ ਗੋਂਦਵਾਲ ਸਾਹਿਬ ਜੇਕਰ ਤੁਸੀਂ ਆਪਣੇ ਨਾਨਕੇ ਨਗਰ ਵਿੱਚ ਜਾ ਕੇ ਪੜਾ ਕਰਨਾ ਤੇ ਉਹ ਇੱਥੋਂ ਅਜੇ ਦੂਰ ਹੈ, ਸੋ ਉੱਥੇ ਤੱਕ ਜਾਂਦਿਆਂ ਜਾਂਦਿਆਂ ਜਿਹੜੇ ਬਰਾਤੀ ਸੱਜਣ ਕਾਫੀ ਸ਼ਰਮਤ ਹੁੰਦਾ, ਥੱਕ ਜਾਣਾ, ਥਕੇਵਾਂ ਹੋ ਜਾਣਾ, ਥਕਾਵਟ ਹੋ ਜਾਣੀ। ਸਭ ਹੋਏ ਸ਼ਰਮਤ ਵੱਡ ਖੇਦ ਮਾਨ। ਉੱਥੋਂ ਤੱਕ ਜਾਂਦਿਆਂ ਸਾਰੇ ਬਹੁਤੇ ਥੱਕ ਜਾਣਗੇ ਤੇ ਬੜਾ ਖੇਦ ਖੇਚਲ ਨੂੰ ਮੰਨਣਗੇ, ਸੋ ਸਰੀਰ ਥੱਕ ਟੁੱਟ ਜਾਣਗੇ। ਜੇਕਰ ਤੁਸੀਂ ਗੋਂਦਵਾਲ ਸਾਹਿਬ ਜਾ ਕੇ ਪੜਾ ਕਰਨਾ ਚਾਹੁੰਦੇ ਹੋ, ਹਿਤ ਵਿਆਹ ਆਵਨੋ ਨਿਤ ਨਾ ਹੋਏ ਪਹੁ ਨਾਈ ਪ੍ਰਿਯ ਮੁਝ ਅਧਿਕ ਜੋਏ। ਮਹਾਰਾਜ ਤੁਸੀਂ ਕਿਹੜਾ ਸਾਹਿਬਜ਼ਾਦਾ ਜੀ ਦਾ ਰੋਜ਼ ਰੋਜ਼ ਵਿਆਹ ਕਰਨ ਵਾਸਤੇ ਇਸ ਪਾਸੇ ਦੀ ਲੰਘਣਾ ਹੈ। ਇਹ ਤਾਂ ਸੁਭਾਗੀ ਰੱਬ ਸਬੱਬੀ ਤੁਹਾਡੀ ਕਿਰਪਾ ਨਾਲ ਸਮਾਂ ਬਣ ਗਿਆ ਹੈ ਸਾਡੇ ਗ੍ਰਹਿ ਵਿਖੇ ਚਰਨ ਪਾਉਣ ਦਾ। ਮਹਾਰਾਜ ਵਿਆਹ ਕਿਹੜੇ ਨਿਤ ਹੁੰਦੇ ਨੇ? ਨਿਤ ਵਿਆਹ ਆਵਨੋ ਨਿਤ ਨਾ ਹੋਏ। ਨਾ ਨਿਤ ਵਿਆਹ ਆਉਂਦੇ ਤੇ ਨਾ ਨਿਤ ਆਉਣਾ ਹੀ ਹੁੰਦਾ ਇਸ ਤਰ੍ਹਾਂ ਬਰਾਤ ਰੂਪ ਵਿੱਚ। ਕਿਰਪਾ ਕਰੋ ਮਹਾਰਾਜ ਮੈਨੂੰ ਵੀ ਪ੍ਰਾਹੁਣਚਾਰੀ ਦਾ ਸਮਾਂ ਬਖਸ਼ੋ, ਮੈਂ ਵੀ ਸਾਰਿਆਂ ਦੀ ਪ੍ਰਾਹੁਣਚਾਰੀ ਕਰ ਸਕਾਂ। ਮੇਰੇ ਮਨ ਵਿੱਚ ਵੀ ਪ੍ਰੇਮ ਮੁਝ ਅਦਕ ਜੋਏ। ਸਾਰੇ ਪ੍ਰੇਮੀ ਸੱਜਣ ਮੈਨੂੰ ਵੀ ਬੜੇ ਪਿਆਰੇ ਹਨ। ਮੇਰੀ ਇਹਨਾਂ ਸਾਰਿਆਂ ਨਾਲ ਪ੍ਰੀਤ ਹੈ, ਮੈਂ ਚਾਹੁੰਦਾ ਨਾ ਸਾਰਿਆਂ ਦੀ ਸੇਵਾ ਕਰਾਂ। ਹਿਮ ਦਾਤੂ ਤੇ ਸੁਨ ਸ਼੍ਰਵਣ ਬਾਤ ਸ਼੍ਰੀ ਅਰਜਨ ਉਲੰਘਨ ਨਹਿ ਚਾਹਾਤ। ਗੁਰੂ ਅੰਗਦ ਦੇ ਪਾਤਸ਼ਾਹ ਦੀ ਬੇਨਤੀ ਸੁਣ ਕੇ ਸ਼੍ਰੋਣ ਕੰਨਾਂ ਵਿੱਚ ਇਹ ਬਾਤ ਗੱਲ ਸੁਣ ਕੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਖਡੂਰ ਸਾਹਿਬ ਨੂੰ ਛੱਡ ਕੇ ਅੱਗੇ ਉਲੰਘਣਾ ਨਹੀਂ ਚਾਹੁੰਦੇ। ਗੁਰੂ ਕੀ ਨਗਰੀ ਹੈ। 12.5 ਸਾਲ ਗੁਰੂ ਅੰਗਦ ਦੇ ਪਾਤਸ਼ਾਹ ਨੇ ਇਸ ਧਰਤੀ ਨੂੰ ਨਿਵਾਜਿਆ। ਜਿਸ ਨਗਰੀ ਦਾ ਗੁਰੂ ਕੀ ਬਾਣ ਵਿੱਚ ਨਾਮ ਹੈ, ਫੇਰ ਵਸਾਇਆ ਫੇਰਵਾਨ ਸਤਿਗੁਰ ਖਡੂਰ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਉਹ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਉਸ ਨਗਰ ਨੂੰ ਛੱਡ ਕੇ ਅੱਗੇ ਜਾਣਾ ਨਹੀਂ ਚਾਹੁੰਦੇ। ਕਿਸੇ ਤਰ੍ਹਾਂ ਹੀ ਨਗਰੋਂ ਲੰਘ ਜਾਈਏ, ਸਗੋਂ ਗੁਰੂ ਸਾਹਿਬਾਂ ਦੇ ਪਾਵਨ ਸਥਾਨਾਂ ਤੇ ਨਮਸਕਾਰ ਕਰਨੀ ਚਾਹੀਦੀ ਹੈ, ਦਰਸ਼ਨ ਦੀਦਾਰ ਕਰਨੇ ਚਾਹੀਦੇ ਨੇ ਇਹੋ ਜਿਹੇ ਖੁਸ਼ੀ ਦੇ ਸਮੇਂ।
ਸੋ ਸਤਿਗੁਰੂ ਪਾਤਸ਼ਾਹ ਨੇ ਨਹੀਂ ਚਾਹਿਆ ਕਿ ਹੁਣ ਇਸ ਤਰ੍ਹਾਂ ਸਮੇਤ ਬਰਾਤੀਆਂ ਦੇ ਖਡੂਰ ਸਾਹਿਬ ਤੋਂ ਅੱਗੇ ਲੰਘ ਜਾਇਆ ਜਾਏ। ਕਹਿ ਕਰ ਨਿਦੇਸ਼ ਕੀਨਸ ਨਿਵੇਸ਼ ਸਭ ਪਰੇ ਉਤਰ ਕਰ ਮੁਦ ਵਿਸ਼ੇਸ਼। ਸਾਹਿਬਾਂ ਨੇ ਕਹਿ ਕਰਕੇ ਸਾਰੇ ਬਰਾਤੀ ਸੰਗਤੀ ਸੱਜਣਾ ਨੂੰ ਆਦੇਸ਼ ਆਗਿਆ ਦਿੱਤੀ ਕਿ ਭਾਈ ਆਪਾਂ ਇੱਥੇ ਪੜਾ ਲਾਉਣਾ ਹੈ। ਬਾਬਾ ਦਾਤੂ ਦੇ ਨਿਵੇਸ਼ ਘਰ ਵਿੱਚ ਸਾਹਿਬ ਜੀ ਸਾਰੇ ਸੱਜਣਾ ਬਰਾਤੀਆਂ ਸਮੇਤ ਜਾ ਕਰਕੇ ਉਤਰੇ ਹਨ। ਮੁੱਧ ਵਿਸ਼ੇਸ਼ ਕਰਕੇ ਸਾਰਿਆਂ ਦੇ ਮਨ ਵਿੱਚ ਬੜੀ ਭਾਰੀ ਖੁਸ਼ੀ ਹੈ। ਸ਼੍ਰੀ ਹਰਿ ਗੋਬਿੰਦ ਕੋ ਸੰਗ ਲੀਨ ਗੁਰ ਅੰਗਦ ਥਲ ਚਹਿ ਦਰਸ਼ ਕੀਨ। ਸਾਹਿਬਜ਼ਾਦਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਚਾਹਿਆ ਕਿ ਸਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪਾਵਨ ਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਦੇ ਦਰਸ਼ਨ ਕੀਤੇ ਜਾਣ, ਸਾਹਿਬਜ਼ਾਦਾ ਨੂੰ ਦਰਸ਼ਨ ਕਰਵਾਏ ਜਾਣ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚਾਹੁੰਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰ ਕੀਤੇ ਜਾਣ। ਧਨ ਪੰਚ ਸਹਿਸ ਗਿਨ ਲੀਨ ਸਾਥ ਪ੍ਰਸਾਦ ਥਾਰ ਭਰ ਧਰੈ ਹਾਥ। 500 ਰੁਪਈਆ ਭਾਈ ਸਾਹਿਬ ਕਹਿੰਦੇ ਨਾਲ ਲੈ ਲਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਤੇ ਨਾਲ ਵੱਡਾ ਸਾਰਾ ਥਾਲ ਜਿਹੜਾ ਸੀ ਉਹ ਪ੍ਰਸ਼ਾਦ ਦਾ ਭਰ ਕੇ ਤੇ ਹੱਥ ਵਿੱਚ ਫੜ ਲਿਆ। ਸ਼੍ਰੀ ਅਰਜਨ ਗਮਨੇ ਆਨੰਦ ਧਾਰ ਚੱਲ ਪਹੁੰਚਤ ਭੇ ਦਰਬਾਰ ਦਵਾਰ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਬੜਾ ਆਨੰਦ ਧਾਰ ਕੇ ਖੁਸ਼ੀ ਧਾਰ ਕੇ ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪਾਵਨ ਦਿਓਰੇ ਅੰਗੀਠਾ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਦੇ ਦਰਬਾਰ ਦੇ ਚ ਚੱਲ ਕਰਕੇ ਪਹੁੰਚ ਗਏ। ਅਰਦਾਸ ਖਰੀ ਹੋਇ ਕਰ ਕਰਾਏ ਬਹੁ ਨਮੋ ਕੀਨ ਧਰ ਸਿਰ ਨਿਵਾਏ। ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪਾਵਨ ਸਥਾਨ ਤੇ ਜਾ ਕੇ ਸਾਹਿਬਾਂ ਨੇ ਅਰਦਾਸ ਖਰੇ ਹੋਏ ਕਰ ਕਰਾਏ, ਖਲੋ ਕਰਕੇ ਅਰਦਾਸ ਬੇਨਤੀ ਕਰਵਾਈ। ਬਹੁ ਨਮੋ ਕੀਨ ਵਾਰ ਵਾਰ ਸੀਸ ਝੁਕਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪਾਵਨ ਅਸਥਾਨ ਦਿਓਰੇ ਤੇ ਨਮਸਕਾਰ ਕੀਤੇ। ਪਰ ਦਛਨ ਦੀਨ ਪੁਸ਼ਪਨ ਚੜਾਏ ਔਰ ਭਾਉ ਧਾਰ ਧੂਪ ਤੁਖਾਏ। ਜਿੱਥੇ ਅੰਤਮ ਸੰਸਕਾਰ ਕੀਤਾ ਸੀ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਸੱਚੇ ਸਾਹਿਬ ਜੀ ਦਾ, ਉਸ ਪਾਵਨ ਅੰਗੀਠਾ ਸਾਹਿਬ ਵਾਲੇ ਸਥਾਨ ਦੀਆਂ ਸਾਹਿਬਾਂ ਨੇ ਪ੍ਰਕਰਮਾਂ ਕੀਤੀਆਂ। ਪਰ ਦਰਸ਼ਨ ਦੀਨ ਪੁਸ਼ਪ ਚੜਾਏ, ਪੁਸ਼ਪ ਹੁੰਦੇ ਫੁੱਲ, ਸਾਹਿਬਾਂ ਨੇ ਫੁੱਲ ਭੇਟਾ ਕੀਤੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪਾਵਨ ਸਥਾਨ ਤੇ। ਔਰ ਭਾਉ ਧਾਰ ਧੂਫਨ ਤੁਖਾਏ। ਅੱਜ ਤਾਂ ਧੂਫ ਤੋਂ ਬੜੀ ਐਲਰਜੀ ਹੈ, ਇਹ ਧੂਫ ਨਹੀਂ ਦਿਖਾਉਣਾ ਚਾਹੀਦਾ, ਸੈਂਟ ਨਹੀਂ ਛਿੜਕਾਉਣਾ ਚਾਹੀਦਾ। ਸੋ ਇਹ ਸਾਰੀਆਂ ਸੁਗੰਧੀਆਂ ਵਾਲੀਆਂ ਵਸਤੂਆਂ ਖੁਸ਼ਬੂ ਵਾਲੀਆਂ ਵਾਤਾਵਰਨ ਨੂੰ ਸੁਗੰਧਿਤ ਕਰਦੀਆਂ ਹਨ। ਇੱਕ ਅੰਦਰ ਦਾ ਦਿਲੀ ਭਾਵ ਹੁੰਦਾ ਹੈ ਕਿ ਜਿਸ ਨਾਲ ਪਿਆਰ ਹੋਵੇ ਉਹਦੇ ਅੱਗੇ ਫੁੱਲ ਭੇਟਾ ਕੀਤੇ ਜਾਂਦੇ ਹਨ, ਸੁਗੰਧੀ ਦਾ ਛਿੜਕਾਅ ਕੀਤਾ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫੁੱਲ ਅਰਪਣ ਕੀਤੇ ਔਰ ਭਾਉ ਧਾਰ ਹਿਰਦੇ 'ਚ ਪ੍ਰੇਮ ਧਾਰ ਕੇ ਧੂਪਨ ਤਖਾਏ, ਧੂਪ ਵੀ ਤਖਾਇਆ ਹੈ। ਸੁਗੰਧੀਆਂ ਵਾਲੀਆਂ ਵਸਤੂਆਂ ਤੁਖਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਾਵਨ ਅਸਥਾਨ ਦਾ ਬੜਾ ਅਦਬ ਸਤਿਕਾਰ ਕੀਤਾ। ਜਬ ਰਹਿਓ ਦਿਵਸ ਘਟ ਕਾ ਸੋਚਾਰ ਗੁਰ ਸਵਾ ਲਾਈ ਦਰਬਾਰ ਦਵਾਰ। ਜਦੋਂ 4 ਘੜੀਆਂ ਦਿਵਸ ਦਿਨ ਰਹਿ ਗਿਆ, ਸ਼ਾਮਾਂ ਦਾ ਸਮਾਂ ਸੀ, ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਮਹਾਨ ਪਾਵਨ ਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਦੀਵਾਨ ਲਾ ਕਰਕੇ ਸੱਜੇ ਨੇ। ਗੁਰ ਸਭਾ ਲਾਏ, ਸਭਾ ਦਾ ਅਰਥ ਹੈ ਦੀਵਾਨ ਲਾਉਣਾ। ਸਭਾ ਸੱਜ ਗਈ, ਦਰਬਾਰ ਦਵਾਰ ਸਤਿਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਾਰ-ਵਾਰ ਪਾਵਨ ਅਸਥਾਨ ਤੇ ਸੋਹਣਾ ਦੀਵਾਨ ਸੱਜ ਗਿਆ। ਸੋਨ ਚੌਕੀ ਸੋ ਦਰ ਸੰਜ ਆਈ ਤਬ ਵਿੱਚ ਨਿਵੇਸ਼ ਪ੍ਰਭ ਛੇ ਸੋ ਆਈ। ਸੰਧਿਆ ਤੱਕ ਸ਼ਾਮਾਂ ਤੱਕ ਦੀਵਾਨ ਸੱਜਾ ਰਿਹਾ। ਜਿਹੜੀ ਸੰਧਿਆ ਦੀ ਚੌਂਕੀ ਸੋਦਰ ਦੀ ਚੌਂਕੀ ਭਾਈ ਸਾਹਿਬ ਕਹਿੰਦੇ, ਸੰਧਿਆ ਦੀ ਚੌਂਕੀ ਜਿਹੜੀ ਸੀ ਨਾ ਸਾਂਝ ਦੇ ਸਮੇਂ ਦੀ, ਸਾਂਝ ਕਹਿੰਦੇ ਸ਼ਾਮਾਂ ਨੂੰ। ਜਦੋਂ ਸਾਂਝ ਪੈ ਗਈ, ਸ਼ਾਮਾਂ ਪੈ ਗਈਆਂ, ਤਿਰਕਾਲਾਂ ਵੇਲਾ ਹੋ ਗਿਆ,
ਗੁਰੂ ਸਾਹਿਬ ਨੇ ਉੱਥੇ ਬੈਠਿਆਂ ਹੀ ਸੋਦਰ ਦੀ ਚੌਂਕੀ ਲਵਾਈ, ਗੁਰਦੁਆਰਾ ਅੰਗੀਠਾ ਸਾਹਿਬ ਜੀ ਵਿਖੇ। ਸੁਣ ਕਰਕੇ ਚੌਂਕੀ ਸੋਦਰ ਸਾਂਝੇ ਆਏ। ਸੋਦਰ ਦੀ ਚੌਂਕੀ ਸੁਣ ਕੇ ਸਾਹਿਬ ਜੀ ਫਿਰ ਜਦੋਂ ਸੂਰਜ ਛਿਪ ਗਿਆ, ਉੱਥੇ ਹੀ ਰਹਿਰਾ ਸਾਹਿਬ ਦਾ ਪਾਠ ਕੀਤਾ। ਤਬ ਵਿੱਚ ਨਿਵੇਸ਼ ਪ੍ਰਵੇਸ਼ੇ ਸੁਆਏ। ਜਿੱਥੇ ਬਾਬਾ ਦਾਤੂ ਜੀ ਰਹਿੰਦੇ ਸਨ, ਉਹਨਾਂ ਦੀ ਰਿਹਾਇਸ਼ ਸੀ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਘਰ ਵਿੱਚ ਆਏ ਹਨ। ਉੱਥੇ ਆ ਕੇ ਸਾਹਿਬਾਂ ਨੇ ਮੁਬਾਰਕ ਪਾਵਨ ਪਵਿੱਤਰ ਚਰਨ ਪਾਏ। ਜਿਵੇਂ ਫਿਰ ਬਰਾਤ ਇੱਥੋਂ ਅੱਗੇ ਚੱਲ ਕਰਕੇ ਗਈ ਹੈ, ਭਾਈ ਸਾਹਿਬ ਜੀ ਉਹ ਸਾਰਾ ਸੁਣਾਉਣਗੇ ਬਰਾਤ ਦਾ, ਜਿਵੇਂ ਜਾ ਕੇ ਟੁਕਾਓ ਹੋਇਆ। ਉਹ ਭਾਈ ਸਾਹਿਬ ਜੀ ਨੇ ਇਸ ਪ੍ਰਸੰਗ ਅੰਦਰ ਵਰਣਨ ਕੀਤਾ ਹੈ, ਜੋ ਪ੍ਰਸੰਗ ਅਜੇ ਕਾਫੀ ਬਾਕੀ ਰਹਿੰਦਾ ਹੈ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਪਾਤਸ਼ਾਹ ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮੱਤ ਬਖਸ਼ਣੀ, ਕਿਰਪਾ ਕਰਨੀ ਜੀ। ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਹੋਇਆਂ ਸਮਾਪਤੀ ਹੈ ਜੀ। ਜਬ ਰਹਿਓ ਦਿਵਸ ਘਟਿਕਾ ਸੁਚਾਰ, ਗੁਰ ਸਭਾ ਲਾਏ ਦਰਬਾਰ ਦਵਾਰ। ਸੁਨ ਚੌਕੀ ਸੋ ਦਰ ਸੰਜ ਆਏ, ਤਬ ਵਿੱਚ ਨਿਵੇਸ਼ ਪ੍ਰਭ ਛੇ ਸੋ ਆਏ। ਵਾਹਿਗੁਰੂ ਵਾਹਿ
ਵਾਹਿਗੁਰੂ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਾਰ ਹਾਰੇ ਹੈ ਪੀ ਹੋਵਨ ਹਾਰ ਹੈ ਸੰਤ ਕੈ ਸਦਾ ਸੰਗ ਨਿਦਾਰਾ ਦਾਰ ਹੈ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਾਰ ਮਨ ਬਸਤ ਜਾ ਕੈ ਸਦਾ ਵਿਵੇਕ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ ਜੋ ਸ਼ਰਦਾ ਕਾਰ ਸੇਵਾ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ ਜੋ ਸ਼ਰਦਾ ਕਾਰ ਸੇਵਾ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।